तो सारे ही ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਇੱਕ ਮੌਜੂਦਾ ਜਿਹੜੇ ਸਮੇਂ ਚੋਂ ਗੁਜ਼ਰ ਰਹੇ ਹਾਂ ਉਹ ਸਭ ਦੇ ਸਾਹਮਣੇ ਹੈ ਕਿ ਕਿਵੇਂ ਪਿਛਲੇ ਕੁਝ ਸਾਲਾਂ ਤੋਂ ਜਿਸ ਚੀਜ਼ ਦੇ ਅਸਾਰ ਦਿਖ ਰਹੇ ਸੀਗੇ ਉਹ ਸਮੇਂ ਸਿਰ ਆਪਾਂ ਗੱਲ ਵੀ ਕਰਦੇ ਰਹੇ ਹਾਂ ਕਿ ਜਿਹੜਾ ਕਾਰਪੋਰੇਟ ਦਾ ਨਜ਼ਰੀਆ ਪਿਛਲੇ ਕੁਝ ਸਾਲਾਂ ਤੋਂ ਬਦਲਿਆ ਤੇ ਉਹਦਾ ਨਜ਼ਰੀਆ ਇਹ ਬਣ ਗਿਆ ਕਿ ਪੂਰੇ ਤੋਂ ਪੂਰੇ ਸਮਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਪੂਰੀ ਦੀ ਪੂਰੀ ਜਿਹੜੀ ਲੁਕਾਈ ਹੈ ਮਨੁੱਖਤਾ ਹੈ ਉਸਨੂੰ ਆਪਣੇ ਕਬਜ਼ੇ 'ਚ ਲੈਣਾ। ਉਹਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਨੇ, ਕਦੀ ਉਹ ਜੈਨੇਟਿਕਲੀ ਮੋਡੀਫਾਈਡ ਬੀਜ ਲੈ ਕੇ ਆ ਜਾਂਦੇ ਆ, ਅਲੱਗ ਖਾਸ ਕਿਸਮ ਦਾ ਖੇਤੀ ਦਾ ਮਾਡਲ ਹੈ, ਖਾਸ ਕਿਸਮ ਦੇ ਕਾਨੂੰਨ ਲਿਆਂਦੇ ਜਾਂਦੇ ਆ, ਬੋਲਣ ਦੀਆਂ ਆਜ਼ਾਦੀਆਂ ਦੇ ਉੱਪਰ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਸੋ ਇਸ ਢੰਗ ਦਾ ਜਿਹੜਾ ਪ੍ਰਬੰਧਕੀ ਢਾਂਚਾ ਜਿਹੜਾ ਉਹ ਬਹੁਤ ਹੀ ਆਟੋਕ੍ਰੈਟਿਕ ਟਾਈਪ ਔਰ ਬੜਾ ਜਿਹਨੂੰ ਕਹਿੰਦੇ ਆ ਸਖਤੀ ਵਾਲਾ ਕੋਈ ਜਮਹੂਰੀਅਤ ਦਾ ਹੌਲੀ ਹੌਲੀ ਗਲਾ ਦੱਬਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਸੀ ਪਿਛਲੇ ਸਮੇਂ 'ਚ, ਹੁਣ ਆ ਕੇ ਉਹ ਬੜਾ ਕਰੂਰ ਰੂਪ ਧਾਰਨ ਕਰ ਗਈ ਹੈ। ਸਮਾਜ ਇਹ ਦੇਖ ਰਿਹਾ ਸੀਗਾ, ਸਾਰੇ ਲੋਕ ਇਹ ਦੇਖ ਰਹੇ ਸੀਗੇ ਔਰ ਸਾਰੇ ਲੋਕ ਅੰਦਰੋਂ ਭਰੇ ਪਿੱਤੇ ਬੈਠੇ ਸੀਗੇ ਔਰ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਦੇ ਚੋਂ ਕਿਵੇਂ ਸਮਾਜ ਨਿਕਲੇਗਾ। ਕਿਉਂਕਿ ਜਦੋਂ ਵੱਡਾ ਵਰਤਾਰਾ ਹੁੰਦਾ, ਵੱਡਾ ਹਮਲਾ ਹੁੰਦਾ ਤੇ ਫਿਰ ਇੱਕ ਵਾਰੀ ਸਮਾਜ ਦੇ ਅੰਦਰ ਥੋੜਾ ਜਿਹਾ ਖੜੋਤ ਆਉਂਦੀ ਹੈ, ਕਿਉਂਕਿ ਸਮਾਜ ਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਇਹਦਾ ਮੁਕਾਬਲਾ ਕੀਤਾ ਜਾਵੇ। ਤੇ ਹੁਣ ਜਿਹੜੇ ਕਿਸਾਨੀ ਨਾਲ ਸੰਬੰਧਿਤ ਜਿਹੜੇ ਆਰਡੀਨੈਂਸ ਆਏ ਤੇ ਫਿਰ ਬਿੱਲ ਬਣ ਗਏ, ਉਹ ਕਾਨੂੰਨ ਬਣ ਗਏ, ਜਿਹਨੂੰ ਕਹਿੰਦੇ ਇੱਕ ਆਖਰੀ ਸੁਨੇਹਾ ਦੇ ਦਿੱਤਾ ਵੀ ਭਾਈ ਹੁਣ ਤਾਂ ਤੁਹਾਡੇ ਗਲ ਨੂੰ ਹੱਥ ਪੈ ਗਿਆ। ਸੋ ਜਦੋਂ ਗਲ ਨੂੰ ਹੱਥ ਪੈ ਜਾਂਦਾ ਤਾਂ ਫਿਰ ਸਮਾਜ ਜਾਗਦਾ ਹੈ ਔਰ ਜਾਗਿਆ ਸਮਾਜ, ਬਹੁਤ ਖੁਸ਼ੀ ਦੀ ਗੱਲ ਹੈ ਇਹ। ਅਸੀਂ ਸਾਰੇ ਇਸ ਵਧਾਈ ਦੇ ਪਾਤਰ ਹਾਂ ਕਿ ਇਸ ਜਾਗਰਤੀ 'ਚ, ਇਸ ਚੇਤਨਾ 'ਚ ਪੰਜਾਬ ਮੋਹਰੀ ਹੈ ਔਰ ਅੱਜ ਤਿਆਰ ਬੈਠਾ ਹੈ ਪੂਰੇ ਦੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਔਰ ਹਿੰਦੁਸਤਾਨ ਦੇ ਸਮਾਜ ਨੂੰ ਲੀਡ ਦੇਣ ਲਈ, ਉਹਦੀ ਅਗਵਾਈ ਕਰਨ ਲਈ। ਇਹ ਸਾਡੀ ਸਭਿਅਤਾ ਦੀ ਅਮੀਰੀ ਦੀ ਨਿਸ਼ਾਨੀ ਹੈ। ਸਾਡੇ ਗੁਰੂਆਂ ਨੇ ਸਾਨੂੰ ਜਿਹੜੀਆਂ ਉਹ ਪਿਛਲੇ 500 ਸਾਲ ਦਾ ਜਿਹੜਾ ਸਾਡਾ ਵਿਰਸਾ ਹੈ ਉਹ ਸਾਡੇ ਕੋਲੇ ਖੜਾ ਹੈ, ਸਾਡੀ ਤਾਕਤ ਬਣ ਕੇ। ਸਾਡੀ ਜਿਹੜੀ ਚੜ੍ਹਦੀ ਕਲਾ 'ਚ ਰਹਿਣ ਦੀ ਔਰ ਸੱਚ ਨਾਲ ਖੜਨ ਦੀ ਜਿਹੜੀ ਸਾਨੂੰ ਇੱਕ ਗੁੜਤੀ ਮਿਲੀ ਹੋਈ ਹੈ ਉਹ ਸਾਡੇ ਪਿੱਛੇ ਖੜੀ ਹੈ, ਇੱਕ ਸਾਡੀ ਤਾਕਤ ਬਣ ਰਹੀ ਹੈ। ਇਹ ਗੱਲ ਬੜੀ ਸਪਸ਼ਟ ਤੌਰ ਤੇ ਦਿਖਣ ਲੱਗ ਗਈ ਹੈ ਕਿ ਇਹ ਜਿਹੜਾ ਵਰਤਾਰਾ ਹੋਇਆ ਕੋਈ ਇਹ ਇਹੋ ਜਿਹਾ ਵਰਤਾਰਾ ਨਹੀਂ ਹੈ ਕਿ ਮੰਗ ਉੱਠੀ ਹੈ ਤੇ ਫਿਰ ਮੰਗ ਪੂਰੀ ਹੋ ਜਾਏਗੀ ਤੇ ਫਿਰ ਸਮਾਜ ਉੱਥੇ ਦੀ ਉੱਥੇ ਫਿਰ ਵਾਪਸ ਆ ਜਾਏਗਾ। ਇਹ ਬੜਾ ਸਪਸ਼ਟ ਹੋ ਗਿਆ ਹੁਣ ਤਾਂ, ਮੇਰੇ ਖਿਆਲ ਸਾਰੇ ਦੋਸਤਾਂ ਨੂੰ ਸਪਸ਼ਟ ਹੋ ਗਿਆ ਹੋਣਾ ਕਿ ਇਹਦੇ ਤੋਂ ਬਾਅਦ ਜਿਹੜਾ ਸਮਾਜ ਆ ਰਿਹਾ ਉਹ ਨਵੀਂ ਕਿਸਮ ਦਾ ਸਮਾਜ ਹੋਏਗਾ। ਕੁਝ ਘਟਨਾਵਾਂ, ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਪੱਕੇ ਤੌਰ ਤੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਜਾਂਦੀਆਂ ਨੇ, ਨਵੇਂ ਤੌਰ ਤੇ ਜਿਹੜਾ ਹੈ ਉਹ, ਜੇ ਉਹਦਾ ਸਮਾਜ ਕਾਮਯਾਬੀ ਨਾਲ ਜਵਾਬ ਦੇ ਪਾਉਂਦਾ ਤਾਂ ਸਮਾਜ ਬਹੁਤ ਉੱਚਾ ਲੰਘ ਜਾਂਦਾ ਹੈ, ਤੇ ਜੇ ਉਹ ਸਮਾਜ ਕਾਮਯਾਬੀ ਨਾਲ ਜਵਾਬ ਨਹੀਂ ਦੇ ਪਾਉਂਦਾ ਤੇ ਫਿਰ ਲੰਬੇ ਸਮੇਂ ਲਈ ਇੱਕ ਵਾਰੀ ਉਹ ਘੋਰ ਜਿਹਨੂੰ ਕਹਿੰਦੇ ਹਨੇਰੇ 'ਚ ਸੁੱਟਿਆ ਜਾਂਦਾ ਹੈ ਤੇ ਫਿਰ ਉਹ ਲੱਗਦੇ ਦਹਾਕਿਆਂ ਬੱਧੀ, ਕਈ ਵਾਰੀ ਸਦੀਆਂ ਬੱਧੀ ਵੀ ਲੱਗ ਜਾਂਦੇ ਆ ਕਿ ਫਿਰ ਸਮਾਜ ਦੁਬਾਰਾ ਉੱਠਦਾ। ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸਮਾਜ ਸਾਡੇ ਜੋ ਹਮਲਾ ਹੋਇਆ, ਜੋ ਇਹ ਵਰਤਾਰਾ ਹੋਇਆ, ਉਹਦਾ ਸਮਾਜ ਨੇ ਜਵਾਬ ਦਿੱਤਾ ਔਰ ਜਵਾਬ ਬਹੁਤ ਸਹੀ ਢੰਗ ਨਾਲ ਦਿੱਤਾ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੰਢਾਇਆ ਉਹ ਕਿਤੇ ਨਾ ਕਿਤੇ ਸਾਡੀਆਂ ਯਾਦਾਂ 'ਚ ਹੈਗਾ ਅਜੇ ਵੀ, ਕਿ ਕਿਵੇਂ ਇੱਕ ਲਹਿਰਾਂ ਨੂੰ ਕਿਵੇਂ ਏਜੰਸੀਆਂ ਤੇ ਹੋਰ ਜਿਹੜੇ ਦੁਸ਼ਮਣ ਲੋਕ ਹੁੰਦੇ ਆਪਣੇ ਬੰਦੇ ਵਾੜ ਕੇ ਵਿੱਚ ਗਲਤ ਦਿਸ਼ਾ ਦੇ ਕੇ ਤੇ ਫਿਰ ਉਹਨੂੰ ਲਹਿਰਾਂ ਨੂੰ ਜਿਹੜੀਆਂ ਨੇ ਉਹ ਬਖੇਰ ਦਿੰਦੇ ਆ। ਇਹ ਖਤਰਾ ਅੱਜ ਵੀ ਖੜਾ ਹੈ, ਲੇਕਿਨ ਅੱਜ ਖਤਰੇ ਦੀ ਸੰਭਾਵਨਾ ਉਨੀ ਜ਼ਿਆਦਾ ਨਹੀਂ ਲੱਗਦੀ ਜਿੰਨੀ ਉਦੋਂ ਸੀਗੀ। ਉਦੋਂ ਹਜ਼ਾਰਾਂ ਨੌਜਵਾਨ, ਹਜ਼ਾਰਾਂ ਪਰਿਵਾਰ ਜਿਹੜੇ, ਹਜ਼ਾਰਾਂ ਨੌਜਵਾਨ ਮਾਰੇ ਗਏ। ਸਾਡਾ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਫਿਰ ਦੰਗੇ ਹੋਏ, ਫਿਰ ਸਾਰਾ ਜਿਹੜਾ ਹੈ ਇੱਕ ਵਾਸਟ ਪਿਆ ਸਾਡਾ, ਤਾਂ ਉਹ ਅਸੀਂ ਬਹੁਤ ਤਾਜ਼ਾ ਨੇ ਯਾਦਾਂ ਅਜੇ। ਤੇ ਅਸੀਂ, ਸਾਡਾ ਸਮਾਜ ਪੰਜਾਬ ਇਹ ਨਹੀਂ ਚਾਹੁੰਦਾ ਕਿ ਉਸ ਫਿਰ ਮੁੜ ਕੇ ਹੋਵੇ ਇਹੋ ਜਿਹਾ ਕੁਛ।
ਇਸ ਕਰਕੇ ਪੂਰੇ ਦਾ ਪੂਰਾ ਸਮਾਜ ਜਿਹੜਾ ਹੈ ਉਹ ਕਿਸਾਨੀ ਦੇ ਨਾਲ ਖੜ ਗਿਆ। ਔਰ ਲੀਡਰਸ਼ਿਪ ਬੜੀ ਸਮਝਦਾਰ ਹੈ ਕਿਸਾਨ ਜਥੇਬੰਦੀਆਂ ਦੀ, ਔਰ ਬੜੀ ਸਮਝਦਾਰੀ ਨਾਲ ਚੱਲ ਰਹੀ ਹੈ। ਔਰ ਪੂਰੀ ਉਮੀਦ ਹੈ ਕਿ ਜਿਹੜਾ ਦੁਸ਼ਮਣ ਹੈ ਕੋਈ ਇਹੋ ਜਿਹੀ ਚਾਲ ਨਹੀਂ ਚੱਲ ਸਕੇਗਾ ਜਿਹੜੀ ਕਿ ਫਿਰ ਇਸ 'ਚ ਬਖਰਾव ਪੈਦਾ ਕਰ ਸਕੇ। ਫਿਰ ਵੀ ਕੁਝ ਮੇਰੇ ਦਿਮਾਗ 'ਚ ਵਿਚਾਰ ਨੇ, ਸਮਾਜ ਨੂੰ ਇਸ ਤਬਦੀਲੀ ਦੀ, ਇਸ ਨਵੀਂ ਚੀਜ਼ ਦੀ ਤਿਆਰੀ ਲਈ ਕਿਹੜੀ ਗੱਲ ਜਿਹੜੀ ਆ ਉਹ ਲੈ ਕੇ ਆਉਣੀ ਚਾਹੀਦੀ, ਕਿਹੜੀ ਗੱਲ ਤੇ ਬਹਿਸ ਹੋਣੀ ਚਾਹੀਦੀ ਹੈ, ਕਿਹੜੀ ਗੱਲ ਨੂੰ ਚੇਤਨਾ ਦਾ ਹਿੱਸਾ ਬਣਾਉਣਾ ਚਾਹੀਦਾ। ਕੁਝ ਕੁ ਗੱਲਾਂ ਮੇਰੇ ਦਿਮਾਗ 'ਚ ਨੇ, ਪਰ ਮੈਂ ਇੱਥੇ ਬੜਾ ਸਪਸ਼ਟ ਕਰਦਾ ਕਿ ਮੈਂ ਕੋਈ ਇੰਨਾ ਸਿਆਣਾ ਨਹੀਂ ਹਾਂ ਕਿ ਮੈਂ ਕੋਈ ਸਮਾਜ ਨੂੰ ਸਲਾਹ ਦੇ ਸਕਾਂ। ਇੱਕ ਮੈਂ ਤਾਂ ਮੇਰੀ ਤਾਂ ਇੱਛਾ ਹੈ ਕਿ ਇਹਦੇ 'ਚ ਬਹਿਸ ਛਿੜੇ ਔਰ ਇੱਕ ਸਾਂਝੀ ਸਿਆਣਪ ਜਿਹੜੀ ਹੈ, ਕਲੈਕਟਿਵ ਵਿਜ਼ਡਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉੱਭਰੇ ਸਮਾਜ ਦੇ ਅੰਦਰ ਉਸ ਬਹਿਸ 'ਚੋਂ, ਤਾਂ ਕਿ ਅਸੀਂ ਉਸ ਜਿਹੜਾ ਤਬਦੀਲ ਹੋਣ ਜਾ ਰਿਹਾ ਸਮਾਜ, ਜਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਹੋ ਸਕਦਾ ਬਹੁਤ ਔਖਾ ਹੋਵੇ ਕੁਝ ਸਾਲਾਂ ਦਾ, ਲੇਕਿਨ ਉਹਦੇ ਤੋਂ ਬਾਅਦ ਜਿਹੜਾ ਸਮਾਜ ਬਣੇਗਾ ਉਹ ਬੜਾ ਕਮਾਲ ਦਾ ਸਮਾਜ ਹੋਏਗਾ। ਉਹ ਇੱਕ ਸਹੀ ਸਮਾਜ ਦਿਸ਼ਾ ਵੱਲ ਬਹੁਤ ਉੱਚਾ ਉੱਠ ਚੁੱਕਿਆ ਸਮਾਜ ਹੋਏਗਾ। ਤੇ ਉਸ ਤੋਂ ਬਾਅਦ ਜਿਹੜੇ ਪਿਛਲੇ 20-25 ਸਾਲਾਂ 'ਚ ਕੁਝ ਭੈੜ ਸਮਾਜ ਦੇ ਅੰਦਰ ਆ ਗਏ ਸੀਗੇ, ਉਹ ਭੈੜ ਵੀ ਸ਼ਾਇਦ ਇਹਦੇ ਨਾਲ ਜਿਹਨੂੰ ਕਹਿੰਦੇ ਆ ਹੁੰਜੇ ਜਾਣਗੇ। ਤਾਂ ਉਹ ਆਸ ਹੈ ਪੂਰੀ ਇਸ ਗੱਲ ਦੀ ਕਿ ਜਿਹੜੇ ਪਿਛਲੇ 3-4 ਦਹਾਕਿਆਂ ਦੇ ਭੈੜ ਨੇ ਉਹ ਵੀ ਇਹਦੇ ਨਾਲ ਬਹੁਤ ਕਮਜ਼ੋਰ ਪੈ ਜਾਣਗੇ ਜਾਂ ਹੁੰਜੇ ਜਾਣਗੇ, ਤੇ ਸਮਾਜ ਇੱਕ ਨਵੀਂ ਦਿਸ਼ਾ 'ਚ ਉੱਭਰੇਗਾ, ਜਿਹਦੇ ਵਿੱਚ ਕਿ ਜੋ ਸਾਡੇ ਗੁਰੂਆਂ ਦੀ ਸਿੱਖਿਆਵਾਂ ਨੇ, ਬਰਾਬਰਤਾ ਦੀਆਂ, ਜੋ ਹੈ ਕਿ ਜਿਹੜੀ ਮਨੁੱਖ ਜਾਤੀ ਹੈ ਇੱਕੋ ਹੀ ਹੈ, ਇੱਕੋ ਹੀ ਪਰਮਾਤਮਾ ਦੇ ਅਸੀਂ ਬੱਚੇ ਹਾਂ, ਤੇ ਉਹਦੇ 'ਚ ਕੋਈ ਊਚ ਨੀਚ, ਕੋਈ ਜਾਤ ਪਾਤ, ਕੋਈ ਜਿਹੜੀ ਹੈ ਕਿਸੇ ਕਿਸਮ ਦਾ ਭੇਦਭਾਵ ਜਿਹੜਾ ਹੈ ਉਹ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਸਖਤੀ ਨਾਲ ਇਸ ਗੱਲ ਤੇ ਚੇਤਨ ਕੀਤਾ ਹੈ ਕਿ ਉਹ ਭੇਦਭਾਵ ਦਾ ਕੋਈ ਮਤਲਬ ਨਹੀਂ ਹੈ। ਉਹ ਕੁਝ ਕੁ ਵਿਚਾਰ ਨੇ ਜਿਹੜੇ ਮੈਂ ਸਾਂਝੇ ਕਰਨਾ ਚਾਹੁੰਦਾ, ਤੇ ਮੈਂ ਚਾਹੁੰਦਾ ਕਿ ਇਹਨਾਂ ਵਿਚਾਰਾਂ ਦੇ ਉੱਪਰ ਦੋਸਤ ਵੀ ਸਲਾਹਾਂ ਦੇਣ, ਉਹਨੂੰ ਬਹਿਸਾਂ ਦਾ ਵਿਸ਼ਾ ਬਣਾਈਏ, ਪਿੰਡਾਂ 'ਚ ਜਾਣ। ਉਹਦੇ 'ਚ ਇੱਕ ਤਾਂ ਬਹੁਤ ਵਧੀਆ ਗੱਲ ਹੋ ਰਹੀ ਹੈ, ਜਿਹੜੇ ਗ੍ਰਾਮ ਸਭਾਵਾਂ ਦੇ ਮਤੇ ਪੈ ਰਹੇ। ਗ੍ਰਾਮ ਸਭਾਵਾਂ ਦੇ ਮਤਿਆਂ ਬਾਰੇ ਬਹੁਤ ਲੋਕ ਕਹਿੰਦੇ ਕਿ ਇਹਦਾ ਕੀ ਫਾਇਦਾ ਹੋਏਗਾ, ਕੀ ਨਹੀਂ ਹੋਗਾ। ਇਹਨਾਂ ਦਾ ਫਾਇਦਾ ਹੋਏਗਾ ਕਾਨੂੰਨੀ ਤੌਰ ਤੇ ਜਿਹੜਾ ਹੋਏਗਾ, ਲੇਕਿਨ ਉਹਦਾ ਇੱਕ ਫਾਇਦਾ ਬਹੁਤ ਵੱਡਾ ਹੋਏਗਾ ਕਿ ਜਿਹੜੀ ਚੇਤਨਾ ਹੈ ਉਹ ਜਨ ਤੱਕ ਪਹੁੰਚ ਜਾਏਗੀ। ਕੋਈ ਜਿਸ ਪਿੰਡ 'ਚ ਗ੍ਰਾਮ ਸਭਾ ਹੋਗੀ, ਉਸ ਹਿਸਾਬ ਨਾਲ ਉਸ ਪਿੰਡ ਦਾ ਬੱਚਾ ਜਿਹੜਾ ਉਹ ਚੇਤਨ ਹੋ ਜਾਏਗਾ ਕਿ ਸਾਡੇ ਨਾਲ ਕੀ ਵਾਪਰਨ ਜਾ ਰਿਹਾ। ਤੇ ਉਹ ਇੱਕ ਤਾਂ ਉਹਦਾ ਫੌਰੀ ਲਾਭ ਹੋ ਜਾਣਾ ਕਿ ਹਰ ਪਿੰਡ 'ਚ ਗ੍ਰਾਮ ਸਭਾ ਹੋਵੇ, ਪੂਰਾ ਪਿੰਡ ਇਕੱਠਾ ਹੋਵੇ, ਪਿੰਡ ਦੇ ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਵੋਟਰ ਨੇ, ਉਹ ਉਹਦੇ ਤੇ ਬਹਿਸ ਕਰਨ, ਤੇ ਬਹਿਸ ਮੁਬਾਸ਼ੇ ਦੇ ਉੱਪਰ ਉਹਦੇ 'ਚ ਮਤੇ ਪਾਸ ਹੋਣ, ਤੇ ਮਤੇ ਪਾਸ ਦੇ ਵਿੱਚ ਅਸੀਂ ਇਹ ਕਾਨੂੰਨ ਜਿਹੜੇ ਨੇ ਉਹ ਰੱਦ ਕਰੀਏ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਬਿਲਕੁਲ ਸਹੀ ਨਹੀਂ ਮੰਨਦੇ। ਇਹ ਕਾਨੂੰਨ ਜਿਹੜੇ ਨੇ ਉਹ ਲੋਕ ਦੁਖੀ ਨੇ, ਸਮਾਜ ਦੁਖੀ ਨੇ, ਤੇ ਕਿਸਾਨ ਦੁਖੀ ਨੇ, ਤੇ ਕਿਸਾਨੀ ਖੇਤੀ ਦੇ ਦੁਖੀ ਨੇ। ਇਹ ਬਹੁਤ ਵਧੀਆ ਜਿਹੜਾ ਵਰਤਾਰਾ ਹੋ ਰਿਹਾ ਉਹ ਉਸ ਸਮੇਂ ਸਮਝਦਾ ਹੋਣਾ ਚਾਹੀਦਾ। ਦੂਜੀ ਗੱਲ ਤੋਂ ਜਿਹੜਾ ਚੇਤਨ ਹੋਣਾ ਚਾਹੀਦਾ ਕਿ ਪਿੰਡਾਂ ਦੇ ਅੰਦਰ ਕੁਝ ਸੰਸਥਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ, ਕੁਝ ਸੰਸਥਾਵਾਂ ਨੇ ਜਿਹੜੀਆਂ ਸਾਡੀਆਂ ਪਿੰਡ ਦੀਆਂ ਨੇ, ਸਾਂਝੀਆਂ ਨੇ, ਜਿਵੇਂ ਗੁਰਦੁਆਰਾ ਹੈ, ਮੰਦਿਰ ਹੈ ਜਾਂ ਮਸਜਿਦ ਹੈ, ਜ਼ਿਆਦਾ ਗੁਰਦੁਆਰੇ ਨੇ। ਉਹ ਸਾਡੀ ਇੱਕ ਬਹੁਤ ਹੀ ਸੁੰਦਰ ਸੰਸਥਾ ਹੈ ਪਿੰਡ ਦੇ ਅੰਦਰ, ਚਾਹੇ ਉਹ ਗੁਰਦੁਆਰਾ ਹੈ, ਚਾਹੇ ਮੰਦਿਰ ਹੈ, ਚਾਹੇ ਮਸਜਿਦ ਹੈ, ਜਾਂ ਕਿਤੇ ਚਰਚ ਵੀ ਹੋ ਸਕਦਾ। ਉਹ ਸਾਡੇ ਸਾਂਝੇ ਇਕੱਲੇ ਧਾਰਮਿਕ ਸਥਾਨ ਨਹੀਂ ਹੈਗੇ, ਉਹ ਸਾਡੇ ਸਮਾਜਿਕ ਸਥਾਨ ਵੀ ਨੇ, ਕਿਉਂਕਿ ਉਹਨਾਂ ਥਾਵਾਂ 'ਤੇ ਅਸੀਂ ਸਮਾਜਿਕ ਤੌਰ ਤੇ ਵੀ ਇਕੱਠੇ ਹੁੰਦੇ ਹਾਂ ਤੇ ਆਪਣੀਆਂ ਸਾਂਝੀਆਂ ਸਮੱਸਿਆਵਾਂ ਦੇ ਵੀ ਵਿਚਾਰ ਵਟਾਂਦਰੇ ਕਰਦੇ ਹਾਂ। ਤੇ ਉਹਨਾਂ ਸੰਸਥਾਵਾਂ ਨੂੰ ਮੈਂ ਸਮਝਦਾ ਕਿ ਬਹੁਤ ਮਜ਼ਬੂਤ ਕਰਨਾ ਚਾਹੀਦਾ। ਉਹਦੇ ਅੰਦਰ ਭਾਗੀਸ਼ੀਲਤਾ ਹੋਵੇ ਸਾਰੇ ਪਿੰਡ ਦੀ, ਔਰ ਜਿਨ੍ਹਾਂ ਪਿੰਡਾਂ ਦੇ ਅੰਦਰ ਜਾਤ ਪਾਤ ਦੇ ਆਧਾਰਿਤ ਗੁਰਦੁਆਰੇ ਨੇ ਜਾਂ ਹੋਰ ਨੇ, ਉਹ ਆਪਾਂ ਕੋਸ਼ਿਸ਼ ਕਰੀਏ ਕਿ ਸਾਂਝੇ ਹੋਣ। ਉਹਦੇ ਅੰਦਰ ਜੇ ਕੋਈ ਇਹਦਾ ਪਿਛਲੇ ਸਮੇਂ 'ਚ ਕੋਈ ਅਗਰ ਗਲਤੀਆਂ ਹੋਈਆਂ ਨੇ, ਉਹਨਾਂ ਗਲਤੀਆਂ ਨੂੰ ਸੁਧਾਰਦੇ ਹੋਏ ਇੱਕ ਸਾਂਝੇ ਧਾਰਮਿਕ ਸਥਾਨ ਹੋਣ, ਜਿੱਥੇ ਕਿ ਅਸੀਂ ਇਕੱਲਾ ਜਿਹੜਾ ਧਾਰਮਿਕ ਵਿਚਾਰ ਵਟਾਂਦਰਾ ਨਾ ਕਰੀਏ, ਕਿਉਂਕਿ ਸਾਡਾ ਜਿਹੜਾ ਸਿੱਖ ਧਰਮ ਦਾ ਖਾਸ ਕਰਕੇ ਜਿਹੜਾ ਧਾਰਮਿਕ ਜਿਹੜਾ ਪ੍ਰਚਾਰ ਹੁੰਦਾ ਉਹ ਵੀ ਕਿਤੇ ਨਾ ਕਿਤੇ ਸਮਾਜਿਕ ਹੈਗਾ, ਉਹ ਸ਼ੁੱਧ ਧਾਰਮਿਕ ਨਹੀਂ ਹੈ। ਉਹਦੇ ਅੰਦਰ ਕਿਉਂਕਿ ਸਾਡੇ ਦਾ ਗੁਰੂਆਂ ਨੇ ਸਾਰੀ ਗੱਲ ਕੀਤੀ ਹੈ, ਸਮਾਜ ਦੀ ਵੀ ਗੱਲ ਕੀਤੀ ਹੈ, ਮਨੁੱਖਤਾ ਦੀ ਵੀ ਗੱਲ ਕੀਤੀ ਹੈ, ਉਹਦੇ ਅੰਦਰ ਭੈੜਾਂ ਦੀ ਵੀ ਗੱਲ ਕੀਤੀ ਹੈ,
ਉਹਦੇ ਅੰਦਰ ਫਿਰ ਰਾਜਨੀਤੀ ਦੀ ਵੀ ਗੱਲ ਕੀਤੀ ਹੈ, ਉਹਦੇ ਅੰਦਰ ਜ਼ੁਲਮ ਦਾ ਟਾਕਰਾ ਕਰਨ ਦੀ ਵੀ ਗੱਲ ਹੋਈ ਹੈ। ਉਹ ਸਭ ਕੁਝ ਹੈ ਉਹਦੇ 'ਚ। ਤਾਂ ਉਹਦੇ ਅੰਦਰ ਜਿਹੜੇ ਕੁਝ ਜਿਹੜੀਆਂ ਬਹੁਤ ਵਧੀਆ ਚੀਜ਼ਾਂ ਨੇ, ਇੱਕ ਤਾਂ ਸਾਡੇ ਕੋਲੇ ਅਦਾਰੇ ਨੇ ਜਿੱਥੇ ਬੈਠ ਕੇ ਅਸੀਂ ਮੀਟਿੰਗਾਂ ਕਰ ਸਕਦੇ ਹਾਂ, ਵਿਚਾਰ ਵਟਾਂਦਰੇ ਕਰ ਸਕਦੇ ਹਾਂ। ਦੂਜਾ, ਕੱਲ ਨੂੰ ਜਿਵੇਂ ਬੀਬੀਆਂ ਭੈਣਾਂ ਹੁਣ ਧਰਨਿਆਂ 'ਚ ਜਾ ਰਹੀਆਂ ਨੇ, ਸਾਰੇ ਪਰਿਵਾਰਾਂ ਦੇ ਪਰਿਵਾਰ ਧਰਨਿਆਂ 'ਚ ਜਾ ਰਹੇ ਆ, ਤਾਂ ਉੱਥੇ ਲੰਗਰ ਚੱਲਣ 24 ਘੰਟੇ, ਤਾਂ ਕਿ ਜਿਹੜਾ ਪਰਿਵਾਰ ਦੇ ਅੰਦਰ ਰਸੋਈ ਡਿਸਟਰਬ ਹੋ ਗਈ ਹੈ, ਕਿਉਂਕਿ ਬੀਬੀਆਂ ਭੈਣਾਂ ਨੇ ਰਸੋਈ ਦਾ ਕੰਮ ਕਰਨਾ ਹੁੰਦਾ, ਤਾਂ ਉੱਥੇ ਇੱਦਾਂ ਦਾ ਵੀ ਹੋਵੇ ਕਿ ਜਦੋਂ ਧਰਨਿਆਂ ਤੋਂ ਵਾਪਸ ਆਉਣ ਤਾਂ ਹੋਰ 24 ਘੰਟੇ ਲੰਗਰ ਕਮ ਸੇ ਕਮ ਤਿਆਰ ਮਿਲੇ, ਤਾਂ ਕਿ ਕੋਈ ਇਹ ਨਾ ਹੋਵੇ ਵੀ ਆ ਕੇ ਫਿਰ ਉਹ ਧਰਨੇ ਤੋਂ ਥੱਕੀ ਟੁੱਟੀ ਸਾਡੀ ਭੈਣ, ਸਾਡੀ ਧੀ, ਸਾਡੀ ਮਾਤਾ ਆਵੇ ਤੇ ਫਿਰ ਉਹਨੂੰ ਰਸੋਈ 'ਚ ਵੜਨਾ ਪੈ ਜਾਏ। ਇਹ ਇੱਕ ਮੈਂ ਸਮਝਦਾ ਕਿ ਇਹ ਵੀ ਇੱਕ ਤੇ ਕੋਸ਼ਿਸ਼ ਕਰਕੇ ਆਪਾਂ ਨੂੰ ਰੱਖਣੀ ਚਾਹੀਦੀ ਹੈ ਕਿ ਇਹ ਇੱਕ ਬਹੁਤ ਵਧੀਆ ਇੱਕ ਉਪਰਾਲਾ ਹੈ। ਤੇ ਮੈਂ ਤਾਂ ਇਵਨ ਪੱਛਮ 'ਚ ਜਿਹੜਾ ਅਮਰੀਕਾ ਕੈਨੇਡਾ 'ਚ ਵੀ ਗਿਆ, ਤਾਂ ਉੱਥੇ ਵੀ ਗੁਰਦੁਆਰਿਆਂ ਦੇ ਅੰਦਰ ਜਿਹੜਾ 24 ਘੰਟੇ ਲੰਗਰ ਤਿਆਰ ਹੁੰਦਾ। ਉਹ ਅੱਜ ਕੱਲ੍ਹ ਸਹੂਲਤ ਆ ਗਈ ਹੈ ਕਿ ਗਰਮੀ ਸਬਜ਼ੀ ਜਿਹੜੀ ਹੈ, ਫੁਲਕੇ ਜਿਹੜੇ ਨੇ ਉਹ ਗਰਮ ਰੱਖੇ ਜਾ ਸਕਦੇ ਆ। ਅੱਜ ਕੱਲ੍ਹ ਇਹੋ ਜਿਹੇ ਭਾਂਡੇ ਆ ਗਏ ਆ, ਜਿਹਦੇ ਅੰਦਰ ਪਾ ਕੇ ਤੁਸੀਂ ਰੱਖ ਦਿਓ, ਚਾਹੇ ਚਾਹ ਹੈ, ਚਾਹੇ ਕੋਈ ਹੋਰ ਲੱਸੀ ਹੈ ਜਾਂ ਹੋਰ ਚੀਜ਼ ਹੈ, ਕੋਈ ਉਹ ਖਰਾਬ ਨਹੀਂ ਹੁੰਦੇ। ਤਾਂ ਜੇ ਉਹ ਪਏ ਰਹਿਣਗੇ ਉੱਥੇ ਬਣ ਕੇ ਕੁਛ ਚਿਰ ਪਏ ਵੀ ਰਹਿਣਗੇ, ਤੇ ਜੇ ਕੋਈ ਬੰਦਾ ਆਉਂਦਾ ਧਰਨੇ ਤੋਂ ਵਾਪਸ ਆਇਆ ਜਾਂ ਕੋਈ ਵੈਸੇ ਕੋਈ ਭੁੱਖਾ ਭਾਣਾ, ਤਾਂ ਉਹ ਆਪਣਾ ਆ ਕੇ ਉੱਥੇ ਲੰਗਰ ਛਕੇ, ਕੋਈ ਚਾਹ ਪੀਵੇ, ਕੋਈ ਲੱਸੀ ਪੀਣੀ, ਕਿਸੇ ਲੱਸੀ ਪੀਵੇ। ਤਾਂ ਇਦਾਂ ਦਾ ਜਿਹੜਾ ਵਰਤਾਰਾ ਉਹ ਪਿੰਡਾਂ ਦੇ ਅੰਦਰ ਮੇਰੇ ਖਿਆਲ 'ਚ ਕੋਈ ਕੋਸ਼ਿਸ਼ ਕਰਕੇ ਆਪਾਂ ਨੂੰ ਲਾਗੂ ਕਰਨਾ ਚਾਹੀਦਾ। ਦੂਸਰੀਆਂ ਕੁਝ ਸੰਸਥਾਵਾਂ ਨੇ ਜਿਹੜੀਆਂ ਸਰਕਾਰੀ ਜਾਂ ਅਰਧ ਸਰਕਾਰੀ ਨੇ, ਜਿਵੇਂ ਕੋਆਪਰੇਟਿਵ ਸੁਸਾਇਟੀਆਂ ਨੇ, ਇਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਔਰ ਕੋਆਪਰੇਟਿਵ ਸੁਸਾਇਟੀਆਂ ਦੇ ਅੰਦਰ ਜਿਹੜੇ ਭੈੜ ਨੇ ਉਹਨਾਂ ਨੂੰ ਹੌਲੀ ਹੌਲੀ ਆਪਸੀ ਸਹਿਮਤੀ ਨਾਲ ਦੂਰ ਕਰਕੇ ਕੋਆਪਰੇਟਿਵ ਸੁਸਾਇਟੀਆਂ ਬਹੁਤ ਵਧੀਆ ਚੱਲਣ ਲਾਉਣੀਆਂ ਚਾਹੀਦੀਆਂ ਨੇ। ਕੋਈ ਮਹਿਕਮੇ ਦੇ, ਖੇਤੀ ਮਹਿਕਮੇ ਦੇ ਕੋਈ ਦਫ਼ਤਰ ਨੇ, ਕੋਈ ਵਿੱਦਿਆ ਦੇ ਸੈਂਟਰ ਨੇ, ਸਕੂਲ ਨੇ ਜਾਂ ਕਾਲਜਿਸ ਨੇ, ਸਿਹਤ ਦੇ ਸੰਸਥਾਵਾਂ ਨੇ, ਤਾਂ ਇਹਨਾਂ ਸਾਰੇ ਮੁਲਾਜ਼ਮਾਂ ਨਾਲ ਅਸੀਂ ਤਾਲਮੇਲ ਬਣਾਈਏ ਪਿੰਡਾਂ ਦੇ ਅੰਦਰ, ਕਿਉਂਕਿ ਇਹ ਉਹ ਮੁਲਾਜ਼ਮ ਨੇ ਜਿਹੜੇ ਸਾਡੇ ਹੀ ਭੈਣ ਭਰਾ ਨੇ, ਸਾਡੇ ਹੀ ਬੱਚੇ ਨੇ। ਲੇਕਿਨ ਸਰਕਾਰਾਂ ਕਈ ਵਾਰੀ ਉਹਨਾਂ ਨੂੰ ਆਪਣੇ ਢੰਗ ਨਾਲ ਕਈ ਵਾਰੀ ਲੋਕਾਂ ਦੇ ਖਿਲਾਫ ਵੀ ਵਰਤਦੀਆਂ ਨੇ। ਤਾਂ ਉਹ ਅਸੀਂ ਇਸ ਗੱਲ ਦੀ ਇਜਾਜ਼ਤ ਨਾ ਦੇਈਏ ਕਿ ਉਹ ਲੋਕਾਂ ਦੇ ਖਿਲਾਫ ਵਰਤ ਸਕਣ। ਉਹਨਾਂ ਨਾਲ ਅਸੀਂ ਤਾਲਮੇਲ ਬਣਾਈਏ, ਉਹਨਾਂ ਨਾਲ ਪੂਰਾ ਭਰਾਤਰੀ ਭਾਵ ਬਣਾਈਏ। ਜੇ ਕਿਤੇ ਉਹਨੂੰ ਸਰਕਾਰ ਮਜਬੂਰ ਕਰਦੀ ਹੈ ਕੋਈ ਇਹੋ ਜਿਹੇ ਐਕਸ਼ਨ ਲੈਣ ਲਈ ਜਿਹੜੇ ਕਿ ਲੋਕ ਵਿਰੋਧੀ ਨੇ, ਤਾਂ ਉਹਨਾਂ ਦੀ ਅਸੀਂ ਡਿਫੈਂਸ 'ਚ ਉਹਨਾਂ ਦੀ ਪਿੱਠ ਤੇ ਖੜੀਏ ਜਾ ਕੇ, ਤਾਂ ਕਿ ਉਹਨਾਂ ਨੂੰ ਕੋਈ ਸਰਕਾਰ ਇੱਦਾਂ ਦੇ ਜਾਂ ਅਫਸਰ ਉਹਨਾਂ ਨੂੰ ਤੰਗ ਨਾ ਕਰ ਸਕੇ। ਤਾਂ ਉਹ ਜਿਹੜੇ ਸਰਕਾਰੀ ਅਦਾਰੇ ਨੇ ਉਹ ਸਾਡੇ ਅਦਾਰੇ ਨੇ, ਸਾਡੇ ਪੈਸੇ ਨਾਲ ਚੱਲਦੇ ਨੇ, ਤੇ ਉਹਨਾਂ ਨੂੰ ਕੋਈ ਸਰਕਾਰੀ ਸਮਝ ਕੇ ਆਪਾਂ ਨੂੰ ਉਹਨਾਂ ਨੂੰ ਕੋਈ ਜਿਹਨੂੰ ਕਹਿੰਦੇ ਆ ਰੱਦੀ ਦੀ ਚੁੱਕੀ 'ਚ ਨਹੀਂ ਸਿੱਟਣਾ। ਇਹ ਤਾਂ ਸਰਕਾਰੀ ਨੇ, ਕਿਉਂਕਿ ਸਰਕਾਰੀ ਨੇ, ਸਾਡੇ ਨੇ, ਉਹ ਸਰਕਾਰ ਸੀ ਸਰਕਾਰ। ਜਿਹੜਾ ਸਰਕਾਰ ਵੱਖਰੀ ਤੌਰ ਤੇ ਕੁਝ ਕਰ ਰਹੀ ਹੈ, ਜਿਹੜਾ ਵਰਤਾਰਾ ਲੋਕ ਵਿਰੋਧੀ ਹੈ, ਉਹ ਕੁਝ ਲੀਡਰ, ਕੁਝ ਪਾਰਟੀਆਂ ਜਾਂ ਕੁਝ ਲੋਕਾਂ ਦਾ ਵਰਤਾਰਾ ਹੈ। ਸਰਕਾਰ ਇੱਕ ਸਾਂਝੇ ਪੈਸੇ ਨਾਲ ਚੱਲਦੀ ਹੈ, ਸਰਕਾਰ ਸਾਡੀ ਹੈ, ਉਹਦੀਆਂ ਸੰਸਥਾਵਾਂ ਵੀ ਸਾਡੀਆਂ ਨੇ। ਕਿਤੇ ਕੋਈ ਜਿਹੜੇ ਅੱਜ ਕੱਲ੍ਹ ਬਣੇ ਆ ਸੇਵਾ ਸੁਵਿਧਾ ਕੇਂਦਰ ਨੇ, ਜੇ ਕਿਤੇ ਉਹ ਚੱਲ ਰਿਹਾ ਤਾਂ ਉਹਨੂੰ ਵਧੀਆ ਢੰਗ ਨਾਲ ਚੱਲੇ। ਜੇ ਕਿਤੇ ਨਹੀਂ ਵੀ ਚੱਲ ਰਿਹਾ ਤਾਂ ਅਸੀਂ ਉਹਦਾ ਬਦਲ ਖੜਾ ਕਰੀਏ। ਅਸੀਂ ਗੁਰਦੁਆਰਿਆਂ ਨੂੰ ਇੱਕ ਵਿਦਿਅਕ ਸੰਸਥਾਨ ਵੀ ਬਣਾ ਸਕਦੇ ਹਾਂ ਕਿ ਅਸੀਂ ਰੋਜ਼ ਸ਼ਾਮ ਨੂੰ ਜਾਂ ਦਿਨ ਮਿੱਥ ਕੇ ਇਕੱਠੇ ਹੋਈਏ। ਉੱਥੇ ਅਸੀਂ ਜਿੱਥੇ ਆਪਣੇ ਸੰਘਰਸ਼ ਦੀਆਂ ਗੱਲਾਂ ਕਰੀਏ, ਉੱਥੇ ਆਪਾਂ ਕੁਝ ਚੇਤਨ ਕਰਨ ਦੀਆਂ ਗੱਲਾਂ ਵੀ ਕਰੀਏ ਕਿ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦਾ ਕੀ ਮਤਲਬ ਹੈ, ਕੀ ਉਹਦੀ ਬੈਕਗਰਾਉਂਡ ਹੈ, ਕੀ ਉਹਦਾ ਇਤਿਹਾਸ ਹੈ, ਕਿੱਦਾਂ ਉਸ ਇਤਿਹਾਸ 'ਚ ਜਦੋਂ ਕਿਤੇ ਲੋੜ ਪਈ ਤਾਂ ਪਹਿਲਾਂ ਲੋਕ ਲੜੇ ਤੇ ਕਿਵੇਂ ਆਪਾਂ ਨੇ ਲੜਨਾ। ਤੇ ਪੂਰਾ ਇੱਕ ਉਹਦੇ 'ਚ ਜਿਹਨੂੰ ਕਹਿੰਦੇ ਆ ਚੇਤਨ ਕਰਨ ਦੇ ਵੀ ਅਦਾਰੇ ਬਣ ਸਕਦੇ ਹੋ, ਜਿਹਨੂੰ ਅਸੀਂ ਜਿਹੜੀ ਸਕੂਲ ਵੀ ਬਣਾ ਸਕਦੇ ਹਾਂ ਉੱਥੇ ਬੈਠ ਕੇ, ਔਰ ਸੱਭਿਆਚਾਰ ਦੇ ਅਦਾਰੇ ਵੀ ਬਣ ਸਕਦੇ ਹਾਂ, ਕਿਉਂਕਿ ਸਾਡਾ ਤਾਂ ਸੱਭਿਆਚਾਰ ਹੀ ਬਹੁਤ ਅਮੀਰ ਹੈ। ਬੋਲੀ ਨੂੰ, ਆਪਣੀ ਮਾਂ ਬੋਲੀ ਦੇ ਜਿਵੇਂ ਹਮਲੇ ਹੋ ਰਹੇ ਆ, ਉਹਦਾ ਬਚਾਅ ਲਈ ਵੀ ਜਿਹੜੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ, ਉਹ ਕਿਤੇ ਨਾ ਕਿਤੇ ਗੁਰਦੁਆਰੇ ਮੰਦਿਰ ਜਿਹੜੇ ਜਾਂ ਮਸਜਿਦਾਂ ਜਿਹੜੀਆਂ ਨੇ ਉਹ ਇਸ ਚੀਜ਼ ਦੇ ਸੈਂਟਰ ਬਣ ਸਕਦੇ ਆ ਕਿ ਅਸੀਂ ਵਿਦਿਆ ਜਿਹੜੀ ਹੈ ਉਹ ਵੀ ਕਿਸੇ ਨਾ ਕਿਸੇ ਸ਼ਕਲ 'ਚ ਉੱਥੋਂ ਦੇ ਸਕੀਏ, ਚੇਤਨ ਕਰ ਸਕੀਏ, ਆਪਣੇ ਨੌਜਵਾਨਾਂ ਨੂੰ, ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਹਾਣ ਦੇ ਬਣਾ ਸਕੀਏ। ਇਹ ਇਦਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਮਜ਼ਬੂਤ ਕਰਨੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਪਿੰਡ ਦੇ ਅੰਦਰ ਇੱਕ ਟੀਮ ਐਸੀ ਖੜੀ ਕਰੀਏ, 2-4 ਐਸੇ ਬੰਦੇ ਹੋਣ ਜਿਹੜੇ, ਚਾਹੇ ਉਹ ਸਿਹਤ ਵਾਲੇ ਮੁਲਾਜ਼ਮ ਹੋ ਜਾਣ, ਉਹਦੇ ਵਿੱਚ ਕੁਝ 1-2 ਇਹੋ ਜਿਹੇ ਬੰਦੇ ਹੋ ਜਾਣ ਜਿਹਨਾਂ ਨੂੰ ਸਿਹਤ, ਤਾਂ ਇੱਕ ਇਹੋ ਜਿਹੀ ਟੀਮ ਹੋਵੇ ਪਿੰਡ ਦੇ ਅੰਦਰ, ਪਿੰਡ ਦੇ ਅੰਦਰ ਕੋਈ ਕਿਸੇ ਵੀ ਪਰਿਵਾਰ ਨੂੰ ਸਿਹਤ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਟੀਮ ਨੂੰ ਕੁਝ ਬਾਕੀ ਪਿੰਡ ਨਾਲੋਂ ਵੱਧ ਪਤਾ ਹੋਵੇ ਕਿ ਉਸ ਹੈਲਥ ਸਿਚੁਏਸ਼ਨ ਨੂੰ, ਉਸ ਸਮੱਸਿਆ ਨੂੰ ਕਿਵੇਂ ਡੀਲ ਕਰਨਾ ਤੇ ਕਿਹੜੇ ਹਸਪਤਾਲ 'ਚ ਅਸੀਂ ਲੈ ਕੇ ਜਾਣਾ। ਕਿਉਂਕਿ ਅੱਜ ਹਸਪਤਾਲਾਂ ਦੇ ਵਿੱਚ ਬਾਹਰ ਵੀ ਜਿਹੜੇ ਬਘਿਆੜ ਬੈਠੇ ਆ, ਤੇ ਉਹ ਜਦੋਂ ਗਲਤ ਹਸਪਤਾਲ 'ਚ ਅਸੀਂ ਫਸ ਜਾਂਦੇ ਆ ਤਾਂ ਬਹੁਤ ਦੁਰਦਸ਼ਾ ਹੁੰਦੀ ਹੈ। ਤਾਂ ਇਹ ਵੀ, ਔਰ ਮਾੜੀਆਂ ਕਈ ਵਾਰੀ ਨਿੱਕੀਆਂ ਸਮੱਸਿਆਵਾਂ ਤੇ ਲੋਕ ਜਿਹੜੇ ਵੱਡੇ ਹਸਪਤਾਲ ਚਲੇ ਜਾਂਦੇ ਘਬਰਾ ਕੇ,
ਉਹਨੂੰ ਕਈ ਵੀ ਖਤਰਾ ਪੈਂਦਾ ਵੀ ਸਾਡਾ ਸਾਡਾ ਜੀ ਮਰ ਨਾ ਜਾਵੇ, ਤਾਂ ਉਹ ਘਬਰਾ ਕੇ ਕਈ ਵਾਰੀ ਬਹੁਤ ਵੱਡੇ ਸਾਰੇ ਹਸਪਤਾਲ ਤੁਰ ਜਾਂਦੇ ਆ, ਕਹੇਗਾ ਆਏ ਤੇ ਸੁਣੇ ਸੁਣਾਏ ਤੇ ਫਲਾਣੇ ਫਲਾਣੇ ਹਸਪਤਾਲ ਚੱਲੋ, ਉੱਥੇ ਜਾ ਕੇ ਫਸ ਜਾਂਦੇ ਆ, ਤੇ ਫਸ ਕੇ ਫਿਰ ਵਿਚਾਰੇ ਆਪਣੀ ਲੁੱਟ ਸੁੱਟ ਕਰਾਉਂਦੇ ਆ, ਔਰ ਉੱਥੇ ਜਿਹੜੇ ਬਹੁਤ ਦੁੱਖ ਦਰਦ ਸਹਿੰਦੇ ਆ। ਤੇ ਉਹਦਾ ਵੀ ਇੱਕ ਆਪਣਾ ਵਿਚਾਰ ਬਣਾ ਕੇ ਰੱਖੀਏ ਆਪਣੇ ਪਿੰਡਾਂ ਦੇ ਅੰਦਰ, ਅਸੀਂ ਇਹੋ ਜਿਹੇ 5-4 ਬੰਦਿਆਂ ਦੀ ਕਮੇਟੀ ਹੋਵੇ ਕਿ ਕੋਈ ਵੀ ਪਰਿਵਾਰ 'ਚ ਬਿਮਾਰ ਹੋਵੇ ਤਾਂ ਨਾਲ ਦੀ ਨਾਲ ਉੱਥੇ ਪਹੁੰਚੇ ਤੇ ਉਹਨੂੰ ਸਹੀ ਦਿਸ਼ਾ ਦੇਵੇ ਕਿ ਆਪਾਂ ਤੁਹਾਨੂੰ ਇਸ ਹਸਪਤਾਲ 'ਚ ਲੈ ਕੇ ਜਾਂਦੇ ਹਾਂ, ਇਸ ਡਾਕਟਰ ਕੋਲੇ ਲੈ ਕੇ ਜਾਂਦੇ ਹਾਂ। ਆਪਣੇ ਨੇੜੇ ਦੇ ਸ਼ਹਿਰਾਂ 'ਚ ਉਹ ਡਾਕਟਰ ਪਛਾਣ ਕੇ ਰੱਖੀਏ ਜਿਹੜੇ ਕੁਝ ਲੋਕ ਪੱਖੀ ਨੇ, ਜਿਨ੍ਹਾਂ ਦੀਆਂ ਫੀਸਾਂ, ਜਿਨ੍ਹਾਂ ਦੇ ਜਿਹੜੇ ਖਰਚੇ ਨੇ ਉਹ ਬਹੁਤ ਲੋਟੂ ਕਿਸਮ ਦੇ ਨਹੀਂ ਹੈ, ਉਹ ਆਪਣਾ ਮਿਹਨਤਾਂ ਨਾਲ ਲੈਂਦੇ ਆ, ਪਰ ਇਹ ਨਹੀਂ ਵੀ ਉਹ ਲੋਕਾਂ ਦੇ ਵਿੱਚ ਲੋਟੂ ਜਿਹਨੇ ਲੋਟੂ ਦਾ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਸੋ ਇਹ ਸੰਸਥਾਵਾਂ ਜਿਹੜੀਆਂ ਨੇ ਇਦਾਂ ਜਿਹੜੀਆਂ। ਦੂਜੀ ਗੱਲ ਜਿਹੜੀ ਆਪਾਂ ਜਿਹੜਾ ਹੁਣ ਕਾਲ ਦਿੱਤੀ ਹੈ ਕਿ ਆਪਾਂ ਜਿਹੜਾ ਸਵਾਏ ਇਹਨਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ, ਇਹ ਕਾਰਪੋਰੇਟ ਘਰਾਣੇ ਹੁਣ ਸਭ ਦੇ ਦੁਸ਼ਮਣ ਹੋ ਗਏ ਆ, ਇਕੱਲੇ ਕਿਸਾਨਾਂ ਦੇ ਨਹੀਂ, ਇਹ ਮੁਲਾਜ਼ਮਾਂ ਦੇ ਵੀ ਨੇ, ਇਹ ਛੋਟੇ ਵਪਾਰੀ ਦੇ ਵੀ ਨੇ, ਦੁਕਾਨਦਾਰ ਦੇ ਵੀ ਨੇ, ਰੇਹੜੀ ਫੜੀ ਵਾਲੇ ਦੇ ਵੀ ਨੇ, ਜਿਹੜਾ ਛੋਟਾ ਮੋਟਾ ਕੋਈ ਪ੍ਰੋਡਿਊਸਰ ਹੈ, ਛੋਟਾ ਮੋਟਾ ਜਿਹਨੇ ਕੋਈ ਸਨਅਤ ਲਾਈ ਹੋਈ ਹੈ, ਉਹਦੇ ਵੀ ਨੇ। ਇਹ ਸਭ ਨੂੰ ਖਾ ਜਾਣਾ ਚਾਹੁੰਦੇ ਆ। ਇਹ ਕਹਿੰਦੇ ਕਿ ਖੇਤੀ ਦੀ ਮਲਕੀਅਤ ਤੋਂ ਲੈ ਕੇ, ਖੇਤੀ ਦੀ ਪੈਦਾਵਾਰ ਤੋਂ ਲੈ ਕੇ ਸੂਈ ਜਹਾਜ਼ ਸਭ ਅਸੀਂ ਵੇਚਣਾ, ਤੇ ਅਸੀਂ ਸਾਡੇ ਕਬਜ਼ੇ 'ਚ ਹੋਵੇ ਤੇ ਮਨੁੱਖ ਵੀ ਸਾਡੇ ਕਬਜ਼ੇ 'ਚ ਹੋਣ। ਤਾਂ ਉਹਨਾਂ ਨੂੰ ਛੱਡ ਕੇ ਬਾਕੀ ਲੋਕਾਂ ਨਾਲ ਜਿਹੜਾ ਸਾਡਾ ਤਾਲਮੇਲ ਹੋਵੇ ਕਿਸੇ ਤਰੀਕੇ ਨਾਲ, ਉਹ ਵਧੀਆ ਹੋਵੇ, ਭਰਾਤਰੀ ਭਾਵ ਵਾਲਾ ਹੋਵੇ। ਕਈ ਵਾਰੀ ਆਪਸੀ ਵਿਰੋਧ ਹੁੰਦੇ ਆ, ਉਹ ਜਿਹੜੇ ਵਿਰੋਧ ਆਪਸ 'ਚ ਵਾਲੇ ਨੇ ਉਹਨਾਂ ਨੂੰ ਅਸੀਂ ਦੋਸਤਾਨਾ ਢੰਗ ਦੇ ਨਾਲ ਡੀਲ ਕਰੀਏ। ਔਰ ਸਮਾਜ ਦੇ ਅੰਦਰ, ਪਿੰਡਾਂ ਦੇ ਅੰਦਰ ਇਹੋ ਜਿਹੀਆਂ ਕਮੇਟੀਆਂ ਹੋਣ, ਜਿਵੇਂ ਪੰਚਾਇਤ ਹੈ, ਪੰਚਾਇਤ ਨੂੰ ਹੋਰ ਅਸੀਂ ਤਕੜਾ ਕਰੀਏ। ਉਹਦੇ ਆਲੇ ਦੁਆਲੇ ਇੱਕ ਪੰਚਾਇਤ ਨੂੰ ਹੈਲਪ ਕਰਨ ਵਾਲੀ ਕਮੇਟੀ ਹੋਵੇ, ਵੀ ਜੇ ਪੰਚਾਇਤ ਮੈਂਬਰ ਇਕੱਲੇ ਉਹ ਮਸਲਾ ਨਹੀਂ ਹੱਲ ਕਰ ਸਕਦੇ ਤਾਂ ਆਹ 10 ਬੰਦੇ ਹੋਰ ਖੜੇ ਤੁਹਾਡੀ ਪਿੱਠ ਤੇ, ਵੀ ਇਹ ਤੁਹਾਡੇ ਨਾਲ ਜਦੋਂ ਵੀ ਤੁਸੀਂ ਕਹੋਗੇ ਤੁਹਾਡੇ ਨਾਲ ਆ ਜਾਣਗੇ, ਤੇ ਉਹ ਜਿਹੜਾ ਜਿਹੜੀ ਸਮੱਸਿਆ ਕੋਈ ਬਹੁਤੀ ਵੱਡੀ ਹੋ ਰਹੀ ਹੈ ਉਹਨੂੰ ਹੱਲ ਕਰਨਗੇ। ਉਹ ਕਿਤੇ ਨਾ ਕਿਤੇ ਆਪਸੀ ਸਮੱਸਿਆਵਾਂ ਨੂੰ ਅਸੀਂ ਭਰਾਤਰੀ ਭਾਵ ਨਾਲ ਹੱਲ ਕਰੀਏ, ਤਾਂ ਕਿ ਸਾਨੂੰ ਪੁਲਿਸ ਥਾਣਿਆਂ ਦੇ ਅੰਦਰ ਔਰ ਕੋਰਟ ਕਚਹਿਰੀਆਂ 'ਚ ਨਾ ਜਾਣਾ ਪਵੇ। ਹੈਲਥ ਦੀਆਂ ਸਮੱਸਿਆਵਾਂ ਉੱਥੇ ਹੱਲ ਕਰੀਏ ਕਿ ਸਾਨੂੰ ਵੱਡੇ ਵੱਡੇ ਹਸਪਤਾਲਾਂ ਦੀ ਲੁੱਟ ਨਾ ਕਰਵਾਉਣੀ ਪਵੇ। ਇਸੇ ਤਰ੍ਹਾਂ ਜਿਹੜੇ ਵਿਦਿਅਕ ਸੈਂਟਰ ਨੇ, ਅਸੀਂ ਆਪਣੇ ਜਿਹੜੇ ਸਰਕਾਰੀ ਅਦਾਰੇ ਨੇ ਉਹਨੂੰ ਇੰਨੇ ਕੁ ਮਜ਼ਬੂਤ ਕਰੀਏ ਕਿ ਸਾਨੂੰ ਪ੍ਰਾਈਵੇਟ ਅਦਾਰਿਆਂ ਦੇ ਅੰਦਰ ਜਾ ਕੇ ਉਹ ਲੁੱਟ ਖਸੁੱਟ ਨਾ ਕਰਵਾਉਣੀ ਪਵੇ। ਤਾਂ ਮੇਰਾ ਮਤਲਬ ਕਿ ਜਿੰਨੀਆਂ ਵੀ ਸੰਸਥਾਵਾਂ ਸਾਡੇ ਪਿੰਡ 'ਚ ਹੈਗੀਆਂ ਨੇ, ਜਾਂ ਛੋਟੇ ਕਸਬਿਆਂ ਜਾਂ ਸ਼ਹਿਰਾਂ 'ਚ ਹੈਗੀਆਂ ਨੇ, ਅਸੀਂ ਉਹਨਾਂ ਨੂੰ ਮਜ਼ਬੂਤੀ ਪ੍ਰਦਾਨ ਕਰੀਏ। ਜਿਹੜੀ ਸਰਕਾਰਾਂ ਨੇ ਉਹਨੂੰ ਤੋੜਨ ਤੇ ਤੁਲੀਆਂ ਹੋਈਆਂ ਨੇ, ਤੇ ਹਰ ਚੀਜ਼ ਪ੍ਰਾਈਵੇਟ ਦੇਣ ਤੇ ਤੁਲੀਆਂ ਹੋਈਆਂ ਨੇ, ਉਹਦਾ ਜਿਹੜਾ ਇਸ ਤਰ੍ਹਾਂ ਵਿਰੋਧ ਵੀ ਇੱਕ ਕਿਸਮ ਹੋ ਜਾਏਗਾ ਕਿ ਅਸੀਂ ਉਹਨੂੰ ਤਾਕਤਵਰ ਕਰਾਂਗੇ ਤਾਂ ਟੁੱਟ ਨਹੀਂ ਸਕਣਗੀਆਂ। ਤਾਂ ਇਸ ਕਿਸਮ ਦੀਆਂ ਸੰਸਥਾਵਾਂ ਦਾ ਜਿਹੜਾ ਸਾਨੂੰ ਕਰਨਾ। ਜਿਸ ਤੱਕ ਸਵਾਲ ਬਾਈਕਾਟ ਵਾਲਾ ਮਸਲਾ, ਜਿਹੜਾ ਬਾਈਕਾਟ ਦੀ ਕਾਲ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟ, ਇਹਨਾਂ ਦੀਆਂ ਸੰਸਥਾਵਾਂ, ਇਹਨਾਂ ਦੇ ਜਿਹੜੀ ਤਿਆਰੀ ਕਰ ਰਹੇ ਹੈ ਸਮਾਜ ਦੇ ਉੱਪਰ ਕਬਜ਼ਾ ਕਰਨ ਦੀ, ਉਹ ਅਦਾਰੇ, ਉਹਦੀ ਕਿਤੇ ਨਾ ਕਿਤੇ ਮੁਖਾਲਫਤ ਕਰਨੀ ਜਿਹੜੀ ਹੈ ਕਿਸੇ ਨਾ ਕਿਸੇ ਸ਼ਕਲ 'ਚ ਬਹੁਤ ਵਧੀਆ ਕਾਲ ਹੈ। ਮੈਂ ਸਮਝਦਾ ਕਿ ਨਵੀਂ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹਦੀ ਆਗਾਜ਼ ਹੈ, ਉਹਦੀ ਸ਼ੁਰੂਆਤ ਹੈ। ਤਾਂ ਉਹ ਆਗਾਜ਼ ਜਿਹੜਾ ਹੈ ਉਹ ਬੜਾ ਜੀ ਆਇਆਂ ਕਹਿਣਾ ਚਾਹੀਦਾ ਉਹਨੂੰ, ਔਰ ਸਾਨੂੰ ਸਭ ਨੂੰ ਉਹਦੇ 'ਚ ਸ਼ਾਮਿਲ ਹੋਣਾ ਚਾਹੀਦਾ। ਜਿੰਨੇ ਉਹ ਅਦਾਰੇ ਨੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ, ਇਹ ਕਿਸਮ ਦੇ ਗੁਲਾਮੀ ਦੀਆਂ ਜੰਜੀਰਾਂ ਨੇ। ਜਿਸ ਤਰ੍ਹਾਂ ਇੱਕ ਤੇਂਦੂਆ ਹੁੰਦਾ, ਤੇਂਦੂਆ, ਉਹਦੀਆਂ ਕਈ ਤੰਦਾਂ ਹੁੰਦੀਆਂ ਨੇ, ਤਾਂ ਇਹ ਉਹ ਵੱਡੇ ਵੱਡੇ ਦਿਓ ਕੱਦ ਤੇਂਦੂਏ ਨੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਤੰਦਾਂ ਨੇ। ਉਹ ਨਵੀਆਂ ਤੰਦਾਂ ਉਗਾ ਰਹੇ ਹੁਣ ਆਪਣੀਆਂ, ਉਹ ਜਿਹੜੀਆਂ ਤੰਦਾਂ ਉਹਦੇ ਪਹਿਲਾਂ ਨਹੀਂ ਸੀਗੀਆਂ, ਹੁਣ ਉਹ ਨਵੀਆਂ ਤੰਦਾਂ ਉਗਾ ਰਹੇ। ਹੁਣ ਟਾਟਾ ਕਹਿੰਦਾ ਵੀ ਮੈਂ ਤਾਂ ਕਰਿਆਨਾ ਵੀ ਵੇਚਣਾ, ਤਾਂ ਇਹ ਰਿਲਾਇੰਸ ਵਾਲੇ ਕਰਿਆਨੇ 'ਚ ਆ ਗਏ। ਤਾਂ ਇਹ ਜਿਹੜਾ ਸਾਡੇ ਜਿਹੜਾ ਕਰਿਆਨਾ ਸਾਡਾ ਗਰੀਬ ਦੁਕਾਨਦਾਰ ਭਾਈ ਵੇਚਦਾ ਸੀਗਾ ਤੇ ਆਪਣੇ ਬੱਚੇ ਪਾਲਦਾ ਸੀਗਾ, ਉਸ ਕਰਿਆਨੇ ਤੇ ਵੀ ਜਿਹੜਾ ਉਹਨਾਂ ਦੀ ਨਿਗਾਹ ਹੈ ਕਿ ਉਹ ਕਰਿਆਨਾ ਵੀ ਅਸੀਂ ਵੇਚਣਾ। ਤਾਂ ਜਿਹੜਾ ਇਹ ਕੋਸ਼ਿਸ਼ ਹੈ, ਇਹਦਾ ਸਹੀ ਜਵਾਬ ਦੇਣਾ ਬਣਦਾ। ਉਹ ਸਹੀ ਜਵਾਬ ਇਹ ਹੈ ਕਿ ਇਹਨਾਂ ਦੇ ਅਦਾਰਿਆਂ ਦਾ ਬਾਈਕਾਟ ਕੀਤਾ ਜਾਵੇ। ਆਪਣੇ ਜੋ ਵੀ ਖਰੀਦੋ ਫਰੋਖਤ ਕੀਤੀ ਜਾਵੇ, ਉਹ ਛੋਟੇ ਦੁਕਾਨਦਾਰ ਤੋਂ, ਰੇਹੜੀ ਵਾਲੇ ਤੋਂ, ਫੜੀ ਵਾਲੇ ਤੋਂ, ਕਿਸਾਨ ਤੋਂ ਸਿੱਧੀ ਉਹਨਾਂ ਲੋਕਾਂ ਤੋਂ ਖਰੀਦੀ ਜਾਵੇ ਜਿਹੜੇ ਮਿਹਨਤ ਕਰਦੇ ਆ, ਮਿਹਨਤੀ ਕੋਲ ਲੋਕ ਨੇ, ਤੇ ਮਿਹਨਤ ਕਰਕੇ ਆਪਣੇ ਬੱਚੇ ਪਾਲਦੇ ਆ। ਉਹਦੇ 'ਚ ਪੁੰਨ ਦਾ ਪੁੰਨ, ਤੇ ਜਿਹੜੀ ਸਮੱਸਿਆ ਤੁਹਾਡੀ ਖਰੀਦਦਾਰੀ ਦੀ ਖਰੀਦਦਾਰੀ ਹੋ ਗਈ, ਪੁੰਨ ਹੋ ਗਿਆ ਕਿ ਉਹਦੇ ਬੱਚੇ ਪੜ੍ਹਨਗੇ, ਦੁਆਵਾਂ ਦੇਣਗੇ, ਤੇ ਖਰੀਦਦਾਰੀ ਅਸੀਂ ਕਰਨੀ ਹੋਈ ਸੀਗੀ, ਉਹ ਖਰੀਦਦਾਰੀ ਵੀ ਹੋ ਗਈ। ਤਾਂ ਏਦਾਂ ਜਿਹੜਾ ਇਹ ਬਾਈਕਾਟ ਦਾ ਜਿਹੜਾ ਹੈ ਚੱਲੀ ਹੈ ਲਹਿਰ, ਇਹ ਮੈਂ ਸਮਝਦਾ ਕਿ ਬਹੁਤ ਅੱਗੇ ਤੱਕ ਜਾਏਗੀ, ਤੇ ਇਹਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ। ਔਰ ਜਿੰਨੇ ਕਾਰਪੋਰੇਟ ਦੇ ਜਿਹੜੇ ਇਹ ਤੇਂਦੂਏ ਦੇ ਤੰਦਾਂ ਨੇ, ਇਹਨੂੰ ਕੱਲੀ ਨੂੰ ਕੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਕੱਠਾ ਤੇਂਦੂਆ ਨਹੀਂ ਮਰਨਾ ਹੈ।
ਕਿਉਂਕਿ ਤੇਂਦੂਆ ਇੰਨਾ ਪਾਵਰਫੁਲ, ਇੰਨਾ ਮਜ਼ਬੂਤ ਹੈ ਕਿ ਜੇ ਅਸੀਂ ਚਾਹਾਂਗੇ ਕਿ ਇਹਦਾ ਇਕੱਠਾ ਕਿਤੇ ਮਰ ਜਾਏਗਾ, ਇਹ ਤਾਂ ਏਦਾਂ ਨਹੀਂ ਹੋਣਾ। ਕਿਉਂਕਿ ਉਹ ਕੱਲ ਕਿਸੇ ਨੇ ਪਾਈ ਹੈ, ਉਹ ਪੋਸਟ ਵੀ ਪਾਈ ਹੈ ਕਿ ਇੱਕ ਕਾਰਪੋਰੇਟ ਹਾਊਸ ਦੀਆਂ 500 ਕੰਪਨੀਆਂ ਨੇ। ਤੁਸੀਂ ਹਿਸਾਬ ਲਾ ਲਓ ਕਿੱਡੇ ਦਿਓ ਕੱਦ ਨੇ ਇਹ। ਤਾਂ ਉਹਦਾ ਤਰੀਕਾ ਇੱਕ ਹੈ ਕਿ ਜਿੱਥੇ ਜਿੱਥੇ ਤੰਦਾਂ ਦਿਖਦੀਆਂ ਨੇ ਉਹ ਤੰਦ ਕੱਟ ਦਿਓ। ਤੰਦ ਕਿੱਦਾਂ ਕੱਟਣੀ ਹੈ, ਉਹ ਬੜਾ ਸਪਸ਼ਟ ਹੈ। ਜਿਸ ਤਰ੍ਹਾਂ ਸਿਹਤ ਚ ਦੰਦਾਂ ਨੇ, ਮੰਨ ਲਓ ਇਹ ਦਵਾਈਆਂ ਰਾਹੀਂ ਇਹ ਸਾਡੇ ਬਹੁਤ ਵੱਡੀ ਲੁੱਟ ਕਰਦੇ ਆ, ਹਸਪਤਾਲਾਂ ਦੇ ਰਾਹੀਂ ਬਹੁਤ ਵੱਡੀ ਲੁੱਟ ਕਰਦੇ ਆ। ਅਸੀਂ ਆਪਣੇ ਆਲੇ ਦੁਆਲੇ ਜੋ ਜਿਹੜੀ ਆਪਾਂ ਸਿਹਤ ਦੀਆਂ ਗੱਲਾਂ ਕਰ ਰਹੇ ਆਪਾਂ, ਐਸਾ ਸਿਹਤ ਸੱਭਿਆਚਾਰ ਖੜਾ ਕਰੀਏ ਕਿ ਕੋਈ ਬਿਮਾਰ ਹੋਵੇ ਹੀ ਨਾ। ਜੇ ਮਾੜੀ ਮੋਟੀ ਬਿਮਾਰੀ ਹੋਵੇ ਤਾਂ ਅਸੀਂ ਉੱਥੇ ਪਿੰਡ 'ਚ ਹੀ ਆਪਣਾ ਜਿਹੜਾ ਆਪਾਂ ਹੋਲਿਸਟਿਕ ਹੈਲਥ ਦੀ ਗੱਲ ਕਰਦੇ ਹਾਂ ਉਹਦੇ ਨਾਲ ਡੀਲ ਕਰ ਲਈਏ। ਜੇ ਉਦੋਂ ਥੋੜੀ ਬਹੁਤੀ ਉੱਪਰ ਜਾਂਦੀ ਹੈ ਸਮੱਸਿਆ ਦਿਖੇ ਤਾਂ ਸਰਕਾਰੀ ਅਦਾਰੇ ਜਾ ਕੇ ਠੀਕ ਕਰ ਲਈਏ। ਤਾਂ ਪ੍ਰਾਈਵੇਟ ਅਦਾਰਿਆਂ ਜਾਣ ਦੀ ਜਿਹੜੀ ਹੈ ਤੇ ਲੁੱਟ ਕਰਾਉਣ ਦੀ ਜਿਹੜੀ ਨੌ ਚਾਹੀਦੀ ਹੈ ਵਿਰਲੀ ਹੋਈ, ਜਿੱਥੇ ਕੋਈ ਬਾਹਲੀ ਸਮੱਸਿਆ ਉਲਝ ਜਾਵੇ ਤੇ ਬਾਹਲਾ ਹੀ ਮਸਲਾ ਕੋਈ ਦਿਖੇ ਕਿ ਹੋਰ ਹੱਲ ਹੈ ਨਹੀਂਗਾ, ਉਹ ਵੱਖਰੀ ਗੱਲ ਹੈ। ਲੇਕਿਨ ਕੋਸ਼ਿਸ਼ ਸਭ ਤੋਂ ਪਹਿਲਾਂ ਇਹ ਕਰਨੀ ਚਾਹੀਦੀ ਹੈ ਉਹ ਗਲਤ ਬੰਦਾ ਨਾ ਫਸ ਜਾਏ ਇਹਨਾਂ ਕੋਲੇ। ਜਿਹੜੀ ਕੋਈ ਸੁਵਿਧਾ, ਜਿਹੜੀ ਚੀਜ਼ ਸਸਤੀ ਉਪਲਬਧ ਹੈ, ਖਾਦਾਂ ਨੇ ਜਿੱਦਾਂ ਕੀਟਨਾਸ਼ਕ ਨੇ, ਨਦੀਨਨਾਸ਼ਕ ਨੇ, ਸਾਨੂੰ ਕੀ ਲੋੜ ਹੈ ਲੈਣ ਦੀ? ਸਾਡੇ ਕੋਲ ਆਪਣੀ ਖਾਦ ਪਈ ਹੈ, ਗੋਹਾ ਪਿਆ, ਮੂਤਰ ਪਿਆ, ਜਿੰਨਾ ਰਹਿੰਦ ਖੂੰਹਦ ਹੈ ਸਾਰਾ ਉਹਨੂੰ ਸਾਂਭੀਏ ਅਸੀਂ। ਔਰ ਇੰਨਾ ਅਮੀਰ ਹੈ ਉਹ ਸਾਰਾ ਕੁਛ, ਗੋਹਾ ਗੋਬਰ ਜਿਹੜਾ ਮੂਤਰ ਹੈ ਜਾਨਵਰਾਂ ਦਾ, ਮਨੁੱਖੀ ਮਲ ਮੂਤਰ ਹੈ ਤੇ ਤੁਹਾਡਾ ਰਹਿੰਦ ਖੂੰਹਦ ਹੈ, ਪੱਤੇ ਨੇ ਦਰਖਤਾਂ ਦੇ, ਇਹ ਕਿਤੇ ਨਾ ਕਿਤੇ ਐਡੀ ਅਮੀਰ ਨੇ ਕਿ ਜੇ ਅਸੀਂ ਇਹਨਾਂ ਨੂੰ ਕੰਪੋਸਟ ਕਰਕੇ ਜਾਂ ਕਿਸੇ ਨਾ ਕਿਸੇ ਢੰਗ ਨਾਲ ਵਾਪਸ ਧਰਤੀ 'ਚ ਪਾ ਦਈਏ ਤਾਂ ਕੋਈ ਲੋੜ ਹੀ ਨਹੀਂ ਪੈਂਦੀ ਕਿਸੇ ਖਾਦ ਦੀ ਜਾਂ ਕਿਸੇ ਪੈਸਟੀਸਾਈਡ ਦੀ। ਜਾਂ ਉਹ ਨੈਚੁਰਲ ਪੈਸਟੀਸਾਈਡ ਕੁਦਰਤੀ ਕਿਸਾਨਾਂ ਨੇ ਬਣਾਉਣੇ ਸਿਖਾਤੇ ਆ ਕਿ ਜੇ ਮਾੜਾ ਮੋਟਾ ਕੀੜਾ ਫਸਲ ਦੇ ਉੱਪਰ ਭਾਰੂ ਹੁੰਦਾ ਵੀ ਹੈ ਤਾਂ ਵੀ ਅਸੀਂ ਉਸ ਸਾਡੇ ਆਰਗੈਨਿਕ ਤਰੀਕੇ ਨਾਲ ਉਹਦੇ ਨਾਲ ਹੱਲ ਕਰ ਸਕਦੇ ਹਾਂ। ਉਹ ਤੰਦ ਕੱਟੀ ਗਈ। ਤਾਂ ਏਦਾਂ ਕੱਲੀ ਤੰਦ ਜਿਹੜੀ ਹੈ ਇਹਦੀ ਕੱਟਣੀ ਪਏਗੀ। ਇਹ ਏਦਾਂ ਨਹੀਂ ਹੋਣਾ ਕਿ ਆਪਾਂ ਏਦਾਂ ਬੈਂਕਾਂ ਦੀ ਜਿੱਦਾਂ ਗੱਲ ਹੈ, ਉਹ ਬੈਂਕ ਨੇ ਇੱਕ ਲੁੱਟ ਦਾ ਬਹੁਤ ਵੱਡਾ ਸਾਧਨ ਨੇ। ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਜਿਹੜਾ ਆਰਥਿਕ ਢਾਂਚਾ ਸੀ, ਆਰਥਿਕਤਾ ਸਾਡੀ ਪਰਿਵਾਰ ਦੀ, ਉਹ ਬੈਂਕਾਂ ਤੋਂ ਮੁਕਤ ਹੋਵੇ, ਬਾਹਲਾ ਬੈਂਕਾਂ ਤੇ ਡਿਪੈਂਡੈਂਟ ਨਾ ਹੋਵੇ ਕਰਜ਼ਿਆਂ ਦੇ ਉੱਪਰ। ਕਿਉਂ ਕਰਜ਼ਾ ਤੁਸੀਂ ਜਦੋਂ ਲੈ ਲੈਂਦੇ ਆਪਾਂ ਤਾਂ ਸਾਡੀ ਜੇਬ 'ਚ ਹੱਥ ਪੈ ਗਿਆ ਸਮਝੋ ਬੈਂਕ ਦਾ, ਉਹਨੇ ਸਾਡੀ ਮਿਹਨਤ ਦਾ ਕੁਝ ਨਾ ਕੋਈ ਹਿੱਸਾ ਲਈ ਜਾਣਾ ਵਿੱਚੋਂ ਵਿਆਜ ਦੀ ਸ਼ਕਲ 'ਚ। ਤਾਂ ਉਹ ਵੀ ਕੁਛ ਸਾਡਾ ਹੱਕ ਹੈ, ਉਹ ਬੈਂਕ ਵੀ ਸਾਡੇ ਪੈਸੇ ਨਾਲ ਚੱਲਦੇ ਆ। ਉਹ ਵੱਖਰੀ ਗੱਲ ਹੈ ਕਿ ਅਸੀਂ ਜਿਹੜੀ ਸਹੂਲਤਾਂ ਲਈਆਂ ਹੋਈਆਂ ਨੇ ਕਿ ਕਿਸਾਨ ਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਹੈ, ਲੇਕਿਨ ਉਹ ਸਹੂਲਤਾਂ ਦੇ ਨਾਲ ਜਿਹੜੀ ਅਸੀਂ ਬੈਂਕ ਦੇ ਹੱਥ 'ਚ ਆਪਣੀ ਗਰਦਨ ਫੜਾ ਦਿੰਦੇ ਕਈ ਵਾਰੀ, ਉਹ ਤਾਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਕਿ ਉਹ ਅਦਾਰੇ ਜਿਹੜੇ ਨੇ ਕਿਸੇ ਨਾ ਕਿਸੇ ਤਰੀਕੇ ਜਿਹੜੇ ਨੇ। ਤੇ ਇਸੇ ਤਰ੍ਹਾਂ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਕਿ ਖੇਤੀ ਦੀਆਂ ਅਸੀਂ ਜਿਹੜਾ ਖੇਤੀ ਦਾ ਮਾਡਲ ਹੈ, ਹੁਣ ਖੇਤੀ ਦਾ ਮਾਡਲ ਦੀ ਗੱਲ ਇੱਕਦਮ ਤਬਦੀਲੀ ਕਰਨੀ ਬੜੀ ਔਖੀ ਹੈ ਕਿਉਂਕਿ ਜਿੰਨੀ ਖੇਤੀ ਤੋਂ ਪੈਦਾਵਾਰ ਹੋ ਰਹੀ ਪੰਜਾਬ ਦੇ ਅੰਦਰ ਤੇ ਪੂਰੇ ਹਿੰਦੁਸਤਾਨ 'ਚ ਜਾ ਰਹੀ ਹੈ ਜਾਂ ਬਾਹਰਲੇ ਵਿਦੇਸ਼ਾਂ 'ਚ ਜਾ ਰਹੀ ਹੈ, ਤਾਂ ਐਡੀ ਜ਼ਿਆਦਾ ਪੈਦਾਵਾਰ ਹੋ ਸਕਦਾ ਇੱਥੇ ਨਾ ਵਿਕ ਸਕੇ ਸਾਰੀ। ਲੇਕਿਨ ਇਹ ਸੰਘਰਸ਼ ਕਰਦੇ ਹੋਏ ਕਿਤੇ ਨਾ ਕਿਤੇ ਪੈਰਲਲ ਬਰਾਬਰ ਖੇਤੀ ਦਾ ਜਿਹੜਾ ਮਾਡਲ ਹੈ, ਬਦਲਵਾਂ ਮਾਡਲ ਹੈ, ਉਹਦੀ ਗੱਲ ਵੀ ਕਰਨੀ ਚਾਹੀਦੀ ਹੈ। ਔਰ ਕਮ ਸੇ ਕਮ ਥੋੜੀ ਖੇਤੀ ਜਿਹੜੀ ਹੈ ਉਹ ਉਸ ਮਾਡਲ 'ਚ ਲੈ ਕੇ ਆਉਣੀ ਚਾਹੀਦੀ ਹੈ ਜਿਹਦੇ 'ਚ ਆਪਣੀ ਘਰ 'ਚ ਵਰਤੀ ਜਾਂਦੀ ਹਰ ਚੀਜ਼ ਪੈਦਾ ਹੋਵੇ। ਜਿੱਦਾਂ ਆਪਾਂ ਸਬਜ਼ੀਆਂ ਦਾ ਇੱਕ ਪੂਰਾ ਸਮਾਜ ਦੇ ਅੰਦਰ ਹੋਵੇ ਕਿ ਹਰ ਥਾਂ ਤੇ ਸਬਜ਼ੀ ਉਪਲਬਧ ਹੈ। ਪਿੰਡ ਕਮ ਸੇ ਕਮ ਉਸ ਪਿੰਡ ਜੋਗੀ, ਆਲੇ ਦੁਆਲੇ ਪਿੰਡਾਂ ਜੋਗੀ ਸਬਜ਼ੀ ਜਿਹੜੀ ਆ ਉਹ ਸਾਡੇ ਕੋਲ ਪੈਦਾ ਹੋਵੇ। ਔਰ ਸਬਜ਼ੀ ਹਰ ਸੀਜ਼ਨਲ ਸਬਜ਼ੀ ਜਿਹੜੀ ਹੈ ਉਹ ਇੰਨੀ ਹੋਵੇ ਸਾਡੇ ਕੋਲੇ ਕਿ ਸਾਨੂੰ ਬਾਹਰੋਂ ਮੰਗਵਾਉਣ ਦੀ ਲੋੜ ਨਾ ਪਵੇ, ਉੱਥੇ ਵਿਕ ਜਾਵੇ। ਉਹ ਛੋਟੇ ਮੋਟੇ ਦੁਕਾਨਦਾਰਾਂ ਨੂੰ ਦੇਈਏ, ਅਸੀਂ ਕਿਤੇ ਆਪ ਵੇਚ ਸਕਦੇ, ਆਪ ਵੇਚੀਏ, ਕਿਤੇ ਜੇ ਨੇੜੇ ਤੇੜੇ ਵਾਲੇ ਸਾਡੇ ਕੋਲ ਖੇਤ 'ਚ ਜਾ ਕੇ ਲੈ ਜਾਣ, ਇਦਾਂ ਦਾ ਵਰਤਾਰਾ ਪਾਈਏ ਆਪਾਂ। ਜਿਸ ਤਰ੍ਹਾਂ ਫਲਾਂ ਦਾ ਹੜ ਲਿਆ ਦੀਏ ਅਸੀਂ, ਫਲਦਾਰ ਬੂਟੇ ਵਾਲੇ ਅੱਜ ਕੱਲ੍ਹ ਹੁਣ ਫਲਦਾਰ ਇੰਨੇ ਬੂਟੇ ਹੋ ਗਏ ਆ ਔਰ ਇੰਨੀ ਪਲੈਨਿੰਗ ਵਧੀਆ ਆ ਗਈ ਜਿਹੜੀ ਫਰੂਟ ਫੋਰੈਸਟ ਦਾ ਕੰਸੈਪਟ ਹੈ ਕਿ ਥੋੜੇ ਜਿਹੇ ਏਰੀਏ 'ਚ ਵੀ ਅਸੀਂ ਅਗਰ ਫਰੂਟ ਫੋਰੈਸਟ ਲਾ ਦਈਏ ਤਾਂ ਪਰਿਵਾਰ 'ਚ ਘੱਟੋ ਘੱਟ 20-25 ਕਿਸਮ ਦੇ ਫਲ ਜਿਹੜੇ ਨੇ ਉਹ ਮੌਸਮ ਦੇ ਹਿਸਾਬ ਨਾਲ ਸਾਨੂੰ ਮਿਲ ਸਕਦੇ ਆ। ਇੱਕ ਵੀ ਕਨਾਲ 'ਚ ਵੀ ਲੋਕਾਂ ਨੇ ਤਜਰਬਾ ਕਰ ਲਿਆ, ਦੋ ਕਨਾਲ 'ਚ ਵੀ ਲਾਏ ਹੁਣ ਤਾਂ ਉਹ ਬੱਲੇ ਕਰਾ ਦਿੰਦੇ ਆ। ਉਹ ਇੰਨੇ ਫਲ ਕਰਦੀ ਅਸੀਂ ਕਿ ਸਾਨੂੰ ਵੰਡਣੇ ਪੈਣ ਗਰੀਬ ਗੁਰਬੇ ਨੂੰ, ਕਿ ਵੀ ਜਿਹਦੇ ਨਹੀਂ ਵੀ ਲਾਏ ਹੋਏ ਉਹਦੇ ਵੰਡਣੇ ਪੈਣ, ਤੇ ਉਹ ਫਲ ਜਿਹੜੇ ਨੇ ਉਹ ਬਹੁਤ ਸਸਤੇ ਹੋ ਜਾਣਗੇ। ਇਦਾਂ ਹੀ ਜਿਹੜੀਆਂ ਸਾਡੀਆਂ ਖੇਤੀ 'ਚ ਜਿਹੜੀਆਂ ਸਾਡੀਆਂ ਲੋੜਾਂ ਨੇ, ਅਸੀਂ ਕੋਸ਼ਿਸ਼ ਕਰੀਏ ਸਾਡੀਆਂ ਪਿੰਡ ਦੀਆਂ ਜਿੰਨੀਆਂ ਲੋੜਾਂ ਨੇ ਉਹ ਕਮ ਸੇ ਕਮ ਖੇਤੀ 'ਚ ਪੈਦਾ ਹੋਣ ਵਾਲੀਆਂ ਸਾਨੂੰ ਉਹ ਨਾ ਜਾ ਕੇ ਮੰਡੀ 'ਚੋਂ ਲਿਆਉਣੀਆਂ ਪੈਣ।
ਤੇ ਇੱਕ ਬਦਲਵਾਂ ਮਾਡਲ ਖੇਤੀ ਦਾ, ਨਾਲੇ ਤਾਂ ਜ਼ਹਿਰ ਮੁਕਤ ਹੋਣ ਤੇ ਨਾਲੇ ਉਹ ਸਸਤੀਆਂ ਹੋਣ। ਤੇ ਇਸੇ ਤਰ੍ਹਾਂ ਅਸੀਂ ਜਿਹੜਾ ਦੁੱਧ ਦਾ ਹੈ ਵਰਤਾਰਾ, ਦੁੱਧ ਦੇ ਡੰਗਰ ਪਾਲਣ ਦਾ ਵਰਤਾਰਾ ਹੈ, ਇਹਨੂੰ ਵੀ ਕਿਤੇ ਨਾ ਕਿਤੇ ਅਸੀਂ ਬਚਾ ਕੇ ਰੱਖੀਏ, ਕਿਉਂਕਿ ਦਹੀਂ ਲੱਸੀ ਦਾ ਜਿਹੜਾ ਕਲਚਰ ਹੈ ਸਾਡਾ ਬਹੁਤ ਵਧੀਆ ਕਲਚਰ ਹੈ। ਹਾਲਾਂਕਿ ਦੁੱਧ ਅਸੀਂ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ ਨਾਲ ਅਸੀਂ ਪੀ ਰਹੇ ਹਾਂ ਸ਼ਾਇਦ ਉਹ ਬਹੁਤਾ ਤੰਦਰੁਸਤ ਨਹੀਂ ਰੱਖ ਰਿਹਾ, ਲੇਕਿਨ ਦਹੀਂ, ਲੱਸੀ, ਮੱਖਣ ਤੇ ਘੀ, ਇਹ 4 ਚੀਜ਼ਾਂ ਨੇ, ਇਹ ਸਾਡੇ ਸੱਭਿਆਚਾਰ ਦਾ ਹਿੱਸਾ ਰਹੀਆਂ ਨੇ ਤੇ ਇਹ ਸਿਹਤ ਲਈ ਠੀਕ ਵਧੀਆ ਵੀ ਨੇ। ਤੇ ਉਹ ਐਸਾ ਵਰਤਾਰਾ ਅਸੀਂ ਪਾਈਏ ਕਿ ਡੰਗਰ ਪਾਲਣ ਜਿਹੜਾ, ਜਾਂ ਜਿੱਦਾਂ ਬੱਕਰੀਆਂ ਪਾਲਣੀਆਂ ਛੱਡ ਗਏ, ਅਸੀਂ ਗਰੀਬ ਗੁਰਬੇ ਨੂੰ ਕੋਈ ਕੋਸ਼ਿਸ਼ ਕਰੀਏ, ਇਨਕਰੇਜ ਕਰੀਏ ਕਿ ਉਹ ਬੱਕਰੀਆਂ ਪਾਲਣ ਆਪਣੀਆਂ। ਬੱਕਰੀਆਂ ਬਹੁਤ ਵਧੀਆ ਇੱਕ ਕੱਤਾ ਜਿਹਨੂੰ ਕਿ ਅਸੀਂ ਥੋੜਾ ਜਿਹਾ ਸਮਾਜਿਕ ਤੌਰ ਤੇ ਨੀਵਾਂ ਕਰਤਾ, ਬਹੁਤ ਵਧੀਆ ਜਿਹੜਾ ਹੈ ਉਹ ਬੱਕਰੀਆਂ ਪਾਲਣ ਦਾ। ਤੇ ਇਦਾਂ ਦੇ ਜਿਹੜੇ ਕਿਵੇਂ ਸਾਡੀ ਪਿੰਡ ਦੀ ਆਰਥਿਕਤਾ ਮਜ਼ਬੂਤ ਹੋਵੇ, ਕਿਵੇਂ ਸਾਡੇ ਪਿੰਡ ਦਾ ਸਮਾਜ ਮਜ਼ਬੂਤ ਹੋਵੇ, ਕਿਵੇਂ ਸਾਡਾ ਸੱਭਿਆਚਾਰ ਜਿਹੜਾ ਹੈ ਜਿਹਦੇ ਉੱਪਰ ਬਹੁਤ ਤਿੱਖਾ ਹਮਲਾ ਹੋ ਰਿਹਾ, ਕਿਵੇਂ ਸਾਡੀ ਮਾਂ ਬੋਲੀ ਤੇ ਜਿਹੜਾ ਹਮਲਾ ਹੋ ਰਿਹਾ ਉਹਨੂੰ ਕਿਵੇਂ ਬਚਾਉਣਾ, ਪਿੰਡ ਦੇ ਵਿੱਚ ਹਰ ਚੀਜ਼ ਦਾ ਸਾਨੂੰ ਉਸ ਗੱਲ ਦੀ ਚੇਤਨਾ ਹੋਵੇ ਤੇ ਉਹਦਾ ਕੋਈ ਨਾ ਕੋਈ ਅਸੀਂ ਸਭਾ ਖੜੀ ਹੋਵੇ। ਸਾਡੀ ਕੋਈ ਪੰਜਾਬੀ ਸੱਭਿਆਚਾਰ ਦੀ ਸਭਾ ਹੋ ਗਈ, ਕੋਈ ਲਿਖਾਰੀ ਸਭਾ ਹੋ ਗਈ, ਕੋਈ ਨੌਜਵਾਨ ਸਭਾ ਹੋ ਗਈ, ਕੋਈ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਸੱਭਿਅਤਾ ਛੋਟੇ 5-5, 7-7, 10-10 ਬੰਦਿਆਂ ਦੀ, ਜਿਹਨਾਂ ਨੂੰ ਜਿੱਦਾਂ ਦਾ ਟੇਸਟ ਹੈ, ਕੋਈ ਕਵੀ ਹੈ, ਕੋਈ ਕਹਾਣੀਕਾਰ ਹੈ, ਕੋਈ ਗੀਤ ਅੱਛੇ ਗਾਉਂਦਾ ਹੈ, ਤਾਂ ਉਦਾਂ ਦਾ ਜਿਹੜਾ ਸਾਡਾ ਵਰਤਾਰਾ ਆਪਾਂ ਰੱਖੀਏ। ਔਰ ਜਿਹਨੂੰ ਕਹਿੰਦੇ ਜੇ ਅਸੀਂ ਸੱਭਿਆਚਾਰਕ ਤੌਰ ਤੇ ਵਧੀਆ ਢੰਗ ਨਾਲ ਰਵਾਂਗੇ ਤਾਂ ਕੀ ਹੋਏਗਾ ਕਿ ਜਿਹੜਾ ਥਕੇਵਾਂ ਹੈ ਸੰਘਰਸ਼ ਦਾ, ਜਾਂ ਅਕੇਵਾਂ ਹੈ, ਜਾਂ ਜਿਹਨੂੰ ਆਪਾਂ ਅੰਗਰੇਜ਼ੀ ਬਰਨਆਊਟ ਕਹਿੰਦੇ ਆ, ਕਿ ਲੜਦਾ ਬੰਦਾ ਕਈ ਵਾਰੀ ਥੱਕ ਜਾਂਦਾ ਹੈ ਜਾਂ ਅੱਕ ਜਾਂਦਾ ਹੈ, ਤਾਂ ਉਹ ਜੇ ਅਸੀਂ ਉਹਨੂੰ ਵਧੀਆ ਢੰਗ ਦੇ ਨਾਲ ਕਰਾਂਗੇ ਆਪਣੀਆਂ ਮੀਟਿੰਗਾਂ ਦੇ ਅੰਦਰ, ਕੋਈ ਸਾਡਾ ਸੰਗੀਤ ਹੋ ਰਿਹਾ, ਕੋਈ ਚੜ੍ਹਦੀ ਕਲਾ ਦੇ ਗੀਤ ਗਾਏ ਜਾ ਰਹੇ ਹੈ, ਕੋਈ ਢਾਡੀ ਜੱਥੇ ਗਾ ਰਹੇ ਹੈ, ਕੋਈ ਕਿਸੇ ਨਾ ਉਦਾਂ ਦੇ ਕੁਛ ਨਾ ਕੁਛ ਥੋੜੇ ਇਤਿਹਾਸਿਕ ਤੌਰ ਤੇ ਕੁਛ ਨਾਟਕ ਹੋ ਰਿਹਾ, ਕੋਈ ਕਹਾਣੀ ਸੁਣਾ ਰਿਹਾ, ਕੋਈ ਵਧੀਆ ਸਾਖੀ ਸੁਣਾ ਰਿਹਾ, ਇਸ ਕਿਸਮ ਦਾ ਜਿਹੜਾ ਸਾਡਾ ਪੂਰਾ ਸਮਾਜ ਪਿੰਡ ਦੇ ਵਿੱਚ ਅਸੀਂ ਕੋਸ਼ਿਸ਼ਾਂ ਕਰਕੇ ਇਦਾਂ ਦੇ ਨਿੱਕੇ ਗਰੁੱਪ, ਨਾਲੇ ਤਾਂ ਬੱਚੇ ਇਨਵੋਲਵ ਹੋ ਜਾਣਗੇ, ਵਿੱਚ ਨੌਜਵਾਨ ਇਨਵੋਲਵ ਹੋ ਜਾਣਗੇ, ਨਾਲੇ ਉਹਦੇ ਚ ਬੀਬੀਆਂ ਭੈਣਾਂ ਇਨਵੋਲਵ ਹੋ ਜਾਣਗੀਆਂ, ਤਾਂ ਉਹ ਸਾਰੇ ਜਿਹੜੇ ਨੇ ਕਿਤੇ ਨਾ ਕਿਤੇ ਅਸੀਂ ਰੱਖੀਏ। ਇੱਕ ਮੈਂ ਸਮਝ ਜਿਹੜਾ ਕਿ ਦਲਿਤਾਂ ਦਾ ਅੱਜ ਵੀ ਪੰਜਾਬ ਦੇ, ਹਾਲਾਂਕਿ ਗੁਰੂਆਂ ਦੀ ਜਿਹੜੀ ਸਿੱਖਿਆ ਹੈ ਬਹੁਤ ਕਮਾਲ ਦੀ ਹੈ ਕਿ ਇੱਕ ਤਰ੍ਹਾਂ ਦੇ ਅਸੀਂ ਬੱਚੇ ਹਾਂ ਤੇ ਜਾਤ ਪਾਤ ਪੰਜਾਬ ਚ ਰਹਿਣੀ ਨਹੀਂ ਚਾਹੀਦੀ ਸੀਗੀ, ਹੈ ਵੀ ਘੱਟ ਹੈ ਬਹੁਤ, ਯੂਪੀ ਬਿਹਾਰ ਦੇ ਮੁਕਾਬਲੇ ਚ ਆਪਾਂ ਦੇਖਾਂਗੇ ਤਾਂ ਬਹੁਤ ਹੀ ਘੱਟ ਹੈ, ਲੇਕਿਨ ਫਿਰ ਵੀ ਅੱਜ ਵੀ ਉਹਦੀ ਰਹਿੰਦ ਖੂੰਹਦ ਹੈਗੀ ਹੈ। ਤਾਂ ਕੋਸ਼ਿਸ਼ ਕਰਕੇ ਆਪਾਂ ਉਹ ਸਾਰਾ ਜਿਹੜਾ ਸਮਾਜ, ਅਜੇ ਵੀ ਜਿਹੜਾ ਦਲਿਤ ਸਮਾਜ ਥੋੜਾ ਜਿਹਾ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਰਦਾ ਹੈ ਤੇ ਟੁੱਟਿਆ ਮਹਿਸੂਸ ਕਰਦਾ ਹੈ, ਤਾਂ ਉਹਦੇ ਚ ਮੈਂ ਸਮਝਦਾ ਕਿ ਖਾਸ ਕਰਕੇ ਜਿਹੜਾ ਅਸੀਂ ਗੁਰੂਆਂ ਨੂੰ ਮੰਨਣ ਵਾਲੇ ਆ, ਉਹਨਾਂ ਦੀਆਂ ਜਿਹੜੀ ਸਿੱਖਿਆਵਾਂ ਨੂੰ ਅਗਰ ਲਈਏ ਆਪਾਂ, ਤਾਂ ਉਹਦੇ ਹਿਸਾਬ ਨਾਲ ਉਹ ਜਿਹੜਾ ਵਖਰੇਵਾਂ ਹੈ ਥੋੜਾ ਜਿਹਾ ਉਹਨੂੰ ਦੂਰ ਕਰਨ ਲਈ ਚੇਤਨ ਤੌਰ ਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਦਲਿਤ ਸਮਾਜ ਉਹਨਾਂ ਨੂੰ ਮਹਿਸੂਸ ਹੀ ਹੋਵੇ ਕਿ ਉਹ ਕੋਈ ਵੱਖਰੇ ਨੇ। ਉਹਨਾਂ ਦੇ ਘਰਾਂ 'ਚ ਜਾ ਕੇ ਅਸੀਂ ਬੈਠ ਕੇ ਖਾਣਾ ਖਾਈਏ, ਉਹਨਾਂ ਦੇ ਨਾਲ ਬੈਠ ਕੇ ਸਾਰਾ ਪਰਿਵਾਰ ਦੇ ਅੰਦਰ ਵਿਚਰੀਏ, ਉਹਨਾਂ ਨੂੰ ਆਪਣੇ ਪਰਿਵਾਰਾਂ 'ਚ ਬੁਲਾਈਏ, ਆਪਣੀਆਂ ਸਭਾਵਾਂ ਦੇ ਵਿੱਚ ਇਕੱਠੇ ਬੈਠ ਕੇ, ਕਦੀ ਉਹਨਾਂ ਨੂੰ ਜਿਹੜੇ ਉਹ ਦਲਿਤ ਪਰਿਵਾਰਾਂ 'ਚ ਆਉਣ ਬੱਚੇ, ਉਹਨੂੰ ਏਦਾਂ ਦੀ ਕੋਈ ਗੱਲ ਮਹਿਸੂਸ ਹੀ ਨਾ ਹੋਣ ਦਈਏ ਕਿ ਉਹ ਕੋਈ ਵੱਖਰੇ ਨੇ। ਤਾਂ ਇਸ ਕਿਸਮ ਦਾ ਜਿਹੜਾ ਵਰਤਾਰਾ ਥੋੜਾ ਬਹੁਤਾ ਜਿਹੜੀ ਰਹਿੰਦ ਖੂੰਹਦ ਹੈਗੀ ਉਹ ਪੁਰਾਣੀ ਬ੍ਰਾਹਮਣਿਜ਼ਮ ਦੀ, ਮਨੁਸਮ੍ਰਿਤੀਆਂ ਦੀ ਜਾਂ ਏਦਾਂ ਦੀ, ਤਾਂ ਉਹ ਕਿਤੇ ਨਾ ਕਿਤੇ ਆਪਾਂ ਉਹਨੂੰ ਕੰਡੈਮ ਕਰਕੇ, ਰਿਜੈਕਟ ਕਰਕੇ, ਜਿਹੜਾ ਆਉਣ ਵਾਲਾ ਸਮਾਜ ਹੈ ਉਹਦੇ ਅੰਦਰ ਜਿਹੜਾ ਇਹ ਭੈੜ ਸਾਡੇ ਅੰਦਰ ਥੋੜੀ ਬਹੁਤੀ ਰਹਿੰਦ ਖੂੰਹਦ ਰਹਿ ਗਈ ਹੈ, ਉਹਨੂੰ ਵੀ ਅਸੀਂ ਸਾਫ਼ ਕਰੀਏ ਤਾਂ ਕਿ ਆਉਣ ਵਾਲਾ ਸਮਾਜ ਬਹੁਤ ਵਧੀਆ ਸਮਾਜ ਬਣੇ। ਤੇ ਇਸ ਤਰ੍ਹਾਂ ਜਿਹੜੇ ਅਦਾਰੇ ਨੇ, ਚਾਹੇ ਉਹ ਸਿਹਤ ਦੇ ਨੇ, ਚਾਹੇ ਉਹ ਵਿੱਦਿਆ ਦੇ ਨੇ, ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ, ਚਾਹੇ ਉਹ ਕੋਈ ਫੂਡ ਪ੍ਰੋਸੈਸਿੰਗ ਨਾਲ ਸੰਬੰਧਿਤ ਨੇ, ਅਸੀਂ ਪਿੰਡ 'ਚੋਂ ਸਿੱਧਾ ਚੀਜ਼ਾਂ ਕਣਕ ਵੇਚਣ ਦੀ ਬਜਾਏ ਚੀਜ਼ਾਂ ਬਣਾ ਕੇ ਵੇਚੀਏ। ਇਸੇ ਤਰ੍ਹਾਂ ਪੁਰਾਣੇ ਕੋਈ ਜੇ ਕਿਤੇ ਧੀਆਂ ਭੈਣਾਂ ਸਾਡੀਆਂ ਘਰਾਂ 'ਚ ਬੁਣਦੀਆਂ ਨੇ, ਅੱਜ ਵੀ ਕੋਈ ਖੇਸ ਬੁਣਦੀਆਂ ਨੇ, ਕੋਈ ਹੋਰ ਬੁਣਦੀਆਂ ਨੇ, ਉਹ ਉਹਨਾਂ ਨੂੰ ਕੋਸ਼ਿਸ਼ ਕਰਕੇ ਉਹਨਾਂ ਨੂੰ ਰੱਖੀਏ। ਦੇਸੀ ਕਪਾਹ ਬੀਜੀਏ ਆਪਾਂ, ਤਾਂ ਕਿ ਜਿਹੜੇ ਸਾਡਾ ਪੁਰਾਣਾ ਸੱਭਿਆਚਾਰ ਉੱਤੇ ਖੜਾ ਸੀਗਾ ਖੇਸਾਂ ਦੇ ਉੱਪਰ ਔਰ ਦੋਹਰਾਂ ਦੇ ਉੱਪਰ ਤੇ ਦਰੀਆਂ ਦੇ ਉੱਪਰ, ਉਹ ਜਿਹੜਾ ਸੀ ਉਹਨੂੰ ਵੀ ਥੋੜਾ ਬਹੁਤਾ ਬਚਾ ਕੇ ਰੱਖੀਏ, ਤਾਂ ਕਿ ਉਹ ਜਿਹੜਾ ਹੈ ਉਹਦੀ ਸਾਡੀ ਬਹੁਤ ਕਮਾਲ ਦੀ ਉਹ ਵਿਰਾਸਤ ਹੈ। ਤੇ ਉਹ ਜਿਹੜਾ ਖੇਤੀ ਨਾਲ ਜੁੜੇ ਹੋਏ ਧੰਦੇ ਨੇ, ਚਾਹੇ ਉਹ ਮੁਰਗੀ ਪਾਲਣ ਹੈ ਜਾਂ ਡੰਗਰ ਪਾਲਣ ਹੈ ਜਾਂ ਕੋਈ ਸ਼ਹਿਦ ਪਾਲਣ ਹੈ, ਤਾਂ ਇਹ ਜਿਹੜੇ ਨੇ ਕਿਤੇ ਨਾ ਕਿਤੇ ਅਸੀਂ ਬਚਾਈਏ, ਤਾਂ ਕਿ ਸਮਾਜ ਦੇ ਅੰਦਰ ਜਿਹੜੀ ਆਰਥਿਕ ਮਜ਼ਬੂਤੀ ਹੈ ਪਰਿਵਾਰਾਂ ਦੀ, ਤੇ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਪਿੰਡਾਂ ਦੇ ਅੰਦਰ ਹਰ ਜਵਾਨ ਨੂੰ, ਹਰ ਨੌਜਵਾਨ ਨੂੰ ਕਿਸੇ ਨਾ ਕਿਸੇ ਢੰਗ ਨਾਲ ਕੰਮ ਮਿਲੇ।
ਜਿੱਥੇ ਕਿਤੇ ਸੰਭਵ ਹੈ ਅਸੀਂ ਮਹਿੰਗੇ ਮਹਿੰਗੇ ਕੀਟਨਾਸ਼ਕ ਔਰ ਹਰਬੀਸਾਈਡ ਨਦੀਨਨਾਸ਼ਕ ਛਿੜਕਣ ਦੀ ਬਜਾਏ ਅਸੀਂ ਪਿੰਡਾਂ ਦੀਆਂ ਜਿਹੜੀਆਂ ਬੀਬੀਆਂ ਨੇ, ਭੈਣਾਂ ਨੇ ਜਾਂ ਹੋਰ ਨੇ, ਬੱਚੇ ਨੇ, ਉਹਨਾਂ ਨੂੰ ਲਾ ਕੇ ਤੇ ਉਹਨਾਂ ਤੋਂ ਗੋਡੀਆਂ ਕਰਾਈਏ ਤਾਂ ਕਿ ਉਹਨਾਂ ਦੀ ਵੀ ਰੋਜ਼ੀ ਰੋਟੀ ਚੱਲਦੀ ਰਹੇ। ਤਾਂ ਉਹ ਜਿਹੜਾ ਹੈ ਕਿ ਪਿੰਡ ਦੇ ਵਿੱਚ ਕੋਸ਼ਿਸ਼ ਕਰੀਏ ਕਿ ਕੋਈ ਵੀ ਪਰਿਵਾਰ ਆਰਥਿਕ ਤੌਰ ਤੇ ਇੰਨਾ ਥੱਲੇ ਨਾ ਜਾਵੇ ਕਿ ਆਪਣੀਆਂ ਲੋੜਾਂ ਪੂਰੀਆਂ ਕਰ ਸਕੇ, ਤੇ ਹਰ ਪਰਿਵਾਰ ਦਾ ਸਾਨੂੰ ਖਿਆਲ ਹੋਵੇ। ਇਦਾਂ ਦਾ ਜਿਹੜਾ ਮਾਹੌਲ ਹੈ, ਇਦਾਂ ਦਾ ਸੱਭਿਆਚਾਰ ਹੈ, ਇਦਾਂ ਦਾ ਜਿਹੜਾ ਕਿਤੇ ਨਾ ਕਿਤੇ ਅਸੀਂ ਖੜਾ ਕਰਕੇ ਰੱਖੀਏ ਕਿ ਉਹ ਆਉਣ ਵਾਲਾ ਸਮਾਂ ਜਿਹੜਾ ਸਾਡਾ ਹੈਗਾ, ਜਿਹਦੇ ਅੰਦਰ ਹੋ ਸਕਦਾ ਹੈ ਪੰਜਾਬ ਦੇ ਮਾਹੌਲ ਦਾ ਜਿਹੜਾ ਪਤਾ ਨਹੀਂ ਕਿੱਦ ਕੀ ਟਰਨ ਲੈਂਦਾ, ਕਿਉਂਕਿ ਹੁਣ ਜਿਹੜੀ ਹੈ ਲਾਈਨ ਖਿੱਚ ਕੇ ਲੜਨ ਵਾਲੀ ਜਿਹੜੀ ਮਾਹੌਲ ਬਣ ਰਿਹਾ, ਕਿਉਂਕਿ ਨਾ ਤਾਂ ਉਹ ਪਿੱਛੇ ਹਟਣ ਨੂੰ ਤਿਆਰ ਨੇ, ਉਹ ਪੂਰਾ ਹਮਲਾਵਰ ਰੁਖ 'ਚ ਨੇ। ਉਹਨਾਂ ਨੇ ਆਪਣੇ ਸਟੋਰ ਬਣਾ ਲਏ, ਉਹਨਾਂ ਨੇ ਆਪਣੀਆਂ ਸੰਸਥਾਵਾਂ, ਪਹਿਲਾਂ ਤੁਸੀਂ ਦੇਖੋ ਕਿ ਕਿਵੇਂ ਪਹਿਲਾਂ ਹੀ ਸਟੋਰ ਬਣਾਏ ਪਏ ਆ। ਕਾਨੂੰਨ ਅੱਜ ਆਏ ਆ, ਇੱਕ ਪੰਜਾਬ ਦੇ ਵਿੱਚ ਸਟੋਰਾਂ ਦਾ ਇੱਕ ਪੂਰਾ ਜਾਲ ਵਿਛਾਇਆ ਪਿਆ, ਹੁਣ ਤਿਆਰੀ ਕਰਕੇ ਬੈਠੇ ਆ ਕਿ ਅਸੀਂ ਆਹ ਕਾਨੂੰਨ ਲਿਆਉਣਾ ਤੇ ਫਿਰ ਐਡੇ ਲੱਖਾਂ ਬੋਰੀਆਂ ਉੱਚ ਸਟੋਰ ਕਰਨੀਆਂ ਨੇ, ਤੇ ਫਿਰ ਸਟੋਰ ਕਰਕੇ ਫਿਰ ਕੋਡੀਆਂ ਦੇ ਭਾਅ ਲੈਣਾ ਤੇ ਫਿਰ ਮਹਿੰਗੇ ਭਾਅ ਵੇਚਣਾ। ਤਾਂ ਉਹ ਜਿਹੜੀ ਲੁੱਟ ਖਸੁੱਟ ਦਾ ਜਿਹੜਾ ਪੂਰਾ ਜਾਲ ਵਿਛਾ ਕੇ ਰੱਖਿਆ, ਤਾਂ ਉਹ ਕਿਤੇ ਨਾ ਕਿਤੇ ਤਿਆਰੀ ਕਰਕੇ ਬੈਠੇ ਆ। ਤੇ ਇਧਰੋਂ ਸਮਾਜ ਦੇਖ ਰਿਹਾ ਸੀਗਾ, ਸਮਝ ਨਹੀਂ ਪਾ ਰਿਹਾ ਸੀਗਾ ਕਿ ਕਿਵੇਂ ਹੱਥ ਪੈ ਜਾਵੇ, ਲੇਕਿਨ ਹੁਣ ਸਮਾਜ ਜਾਗਿਆ ਤੇ ਇਸ ਜਾਗਰਤ ਸਮਾਜ 'ਚ ਜਿਹੜਾ ਹੈ ਹੁਣ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਮਾਹੌਲ ਬਣਦਾ ਹੈ, ਕਿੱਦਾਂ ਦੀ ਕੋਈ ਇਸ ਗੱਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਲੇਕਿਨ ਤਿਆਰ ਰਹਿਣਾ ਚਾਹੀਦਾ ਹੈ ਕਿ ਸਖਤੀਆਂ ਦੇ ਦੌਰ ਆ ਸਕਦੇ ਨੇ। ਉਹਨਾਂ ਸਖਤੀਆਂ ਦੇ ਦੌਰ 'ਚ ਕਿਵੇਂ ਨਜਿੱਠਣਾ, ਕਿਵੇਂ ਪਿੰਡ ਦੇ ਕਿਸੇ ਵੀ ਪਰਿਵਾਰ ਨੂੰ ਉਹਦੇ 'ਚ ਜਿਹੜਾ ਬਹੁਤ ਜ਼ਿਆਦਾ ਦੁੱਖ ਦਰਦ ਨਾਲ ਝੱਲਣੇ ਪੈਣ, ਸਾਡੀ ਆਪਸੀ ਭਾਈਚਾਰਾ ਇੰਨਾ ਕੁ ਮਜ਼ਬੂਤ ਹੋਵੇ ਕਿ ਉਹ ਮਜ਼ਬੂਤੀ ਜਿਹੜੀ ਹੈ ਉਹ ਟੁੱਟ ਨਾ ਸਕੇ, ਤੋੜ ਨਾ ਸਕੇ ਉਹਨੂੰ ਕੋਈ ਵੀ। ਤਾਂ ਉਹ ਸਖਤੀਆਂ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਔਰ ਦੂਜੀ ਗੱਲ, ਕੁਝ ਤਕਨੀਕਾਂ ਇਹੋ ਜਿਹੀਆਂ ਆ ਰਹੀਆਂ ਨੇ, ਉਹਨਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ, ਜਿੱਦਾਂ 5G ਆ ਰਹੀ ਹੈ। 5G ਪ੍ਰਤੀ ਤੁਸੀਂ ਪੜ੍ਹੋ, ਲਿਖੋ, ਸਮਝੋ। 5G ਦੀ ਜਿਹੜੀ ਇਹ ਇੰਟਰਨੈਟ ਟੈਕਨੋਲੋਜੀ ਆ ਰਹੀ ਹੈ, ਬਹੁਤ ਹੀ ਖਤਰਨਾਕ ਹੈ। ਹੁਣ ਤੱਕ ਦੀਆਂ ਰਿਪੋਰਟਾਂ ਇਹਦੇ ਬਾਰੇ ਬਹੁਤ ਹੀ ਡਰਾਉਣੀਆਂ ਨੇ, ਤੇ ਜੇ ਇਹ ਆਉਂਦੀ ਹੈ ਤਾਂ ਸਮਾਜ ਦੇ ਅੰਦਰ ਬਹੁਤ ਹੀ ਤਬਾਹੀ ਮਚਾਏਗੀ। ਇਸ ਕਰਕੇ ਉਹਦੇ ਲਈ ਵੀ ਤਿਆਰ ਰਹੀਏ ਆਪਾਂ ਕਿ 5G ਦੀ, ਜਦੋਂ ਵੀ ਇਹ 5G ਦੀ ਟੈਸਟਿੰਗ ਟਾਵਰਾਂ ਦੀ ਸ਼ੁਰੂ ਹੋ ਚੁੱਕੀ ਹੈ ਆਲਰੇਡੀ ਹਿੰਦੁਸਤਾਨ ਦੇ ਅੰਦਰ, ਆਲਰੇਡੀ ਇਹ ਕੰਮ ਚੱਲ ਰਿਹਾ। ਜਿਹਨਾਂ ਥਾਵਾਂ ਤੇ ਚੱਲਿਆ ਉੱਥੇ ਬਹੁਤ ਥਾਵਾਂ ਤੇ ਮੁਖਾਲਫਤ ਹੋਈ ਹੈ, ਕਈ ਥਾਵਾਂ ਤੇ ਟਾਵਰ ਸਾੜੇ ਗਏ ਆ, ਤਾਂ ਉਹਦੇ ਮੁਕਾਬਲੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਤਕਨੀਕਾਂ ਆ ਰਹੀਆਂ ਨੇ ਕਿ ਕਿਸੇ ਨਾ ਕਿਸੇ ਢੰਗ ਨਾਲ, ਜਿਵੇਂ ਹੁਣ ਇੱਕ ਮਹਾਮਾਰੀ ਦੀ ਜਿਹੜੀ ਗੱਲ ਹੋਈ ਹੈ, ਤਾਂ ਮਹਾਮਾਰੀ ਚਲੋ ਹੋਰ ਕਿਸਮ ਦੀ ਨਿਕਲੀ, ਜ਼ਿਆਦਾ ਖਤਰਨਾਕ ਨਹੀਂ ਹੈ, ਝੂਠੀ ਨਿਕਲੀ, ਲੇਕਿਨ ਕੱਲ ਨੂੰ ਕੋਈ ਲੈਬ ਮੇਡ ਇਦਾਂ ਦੀ ਬਿਮਾਰੀ ਹੋ ਸਕਦੀ ਹੈ, ਕੋਈ ਬਿਮਾਰੀ ਵੀ ਹੋ ਸਕਦੀ ਹੈ, ਉਹਦੇ ਲਈ ਵੀ ਆਪਾਂ ਤਿਆਰ ਰਹੀਏ। ਔਰ ਦਵਾ ਪੌਦਿਆਂ ਦਾ ਆਲੇ ਦੁਆਲੇ ਹੜ ਲੈ ਕੇ ਆਈਏ, ਜਿਹੜੇ 35, 40, 50, 60 ਦਵਾ ਪੌਦੇ ਸਾਡੇ ਨੂੰ ਚਾਹੀਦੇ ਆ ਰੋਜ਼ਮर्रा ਜ਼ਿੰਦਗੀ 'ਚ, ਉਹਨਾਂ ਦੀ ਲਿਸਟ ਬਣਾ ਕੇ ਆਪਣੇ ਆਲੇ ਦੁਆਲੇ, ਉਹ ਜਲਦੀ ਹੋ ਜਾਂਦੇ ਆ, ਉਹ ਕੋਈ ਔਖਾ ਕੰਮ ਨਹੀਂ ਹੈ, ਉਹ ਜਲਦੀ ਤੁਹਾਡੇ ਵਰਤੋਂਯੋਗ ਹੋ ਜਾਂਦੇ ਆ। ਤਾਂ ਉਹਨਾਂ ਪੌਦਿਆਂ ਨੂੰ ਆਪਾਂ ਘਰ ਘਰ ਦੇ ਅੰਦਰ ਇੱਕ ਸੱਭਿਆਚਾਰ ਬਣਾਈਏ ਕਿ ਹਰ ਘਰ ਦੇ ਅੰਦਰ ਦਵਾ ਪੌਦੇ ਲੱਗੇ ਹੋਣ। ਜਿੱਥੇ ਕਿਤੇ ਕਿਆਰੀ ਹੈਗੀ ਹੈ, ਕਿਆਰੀ ਚਲਾਓ, ਨਹੀਂ ਕਿਆਰੀ ਹੈਗੀ ਛੱਤਾਂ ਦੇ ਗਮਲੇ ਲੱਗ ਕੇ ਲਾਓ। ਜੋ ਵੀ ਹੈ ਦਵਾ ਪੌਦੇ ਸਾਡੇ ਆਲੇ ਦੁਆਲੇ ਹੋਣੇ ਚਾਹੀਦੇ ਆ, ਕਿ ਜਿਹੜਾ ਸਾਡਾ ਮਾੜੀ ਮੋਟੀ ਸਾਨੂੰ ਕੋਈ ਤਕਲੀਫ ਹੋਵੇ ਤਾਂ ਅਸੀਂ ਵਧੀਆ ਭੋਜਨ ਦੇ ਨਾਲ ਦਵਾ ਪੌਦਿਆਂ ਦੇ ਸਿਰ ਤੇ ਠੀਕ ਕਰ ਲਈਏ, ਤਾਂ ਕਿ ਸਾਨੂੰ ਕਿਤੇ ਹਸਪਤਾਲ ਜਾਣਾ ਹੀ ਨਾ ਪਵੇ। ਤਾਂ ਦਵਾ ਪੌਦਿਆਂ ਦਾ ਕਲਚਰ ਵੀ ਜਿਹੜਾ ਉਹਨੂੰ ਬਚਾ ਕੇ ਜਿਹੜਾ ਰੱਖਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਅਗਰ ਕੋਈ ਪਿੰਡ 'ਚ ਕਮੇਟੀ ਬਣਾਉਣ ਦੀ ਲੋੜ ਹੈ, ਘਰ ਘਰ ਜਾ ਕੇ ਉਹਦਾ ਕਿਵੇਂ ਉਹਨੂੰ ਕਰਨਾ, ਉਹਦੇ ਲਈ ਵੀ ਜਿਹੜੇ ਕੁਝ ਸ਼ੌਕੀਨ ਲੋਕ ਨੇ, ਜਿਹਨਾਂ ਕੋਲ ਦਵਾ ਪੌਦਿਆਂ ਦਾ ਗਿਆਨ ਹੈ, ਉਹ 2-3 ਬੰਦਿਆਂ ਦੀ ਕਮੇਟੀ ਬਣਾ ਕੇ ਉਹ ਇੱਕ ਤਹੀਆ ਕਰ ਲੈਣ ਵੀ ਮੈਂ ਹਰ ਪਿੰਡ 'ਚ ਹਰ ਘਰ 'ਚ ਜਾ ਕੇ ਇਹ ਗੱਲ ਚੇਤਨਾ ਦੇਣੀ ਹੈ ਕਿ ਭਾਈ ਦਵਾ ਪੌਦੇ ਫਲਾਂ ਦਵਾ ਪੌਦੇ ਨੇ, ਫਲਾਣੀ ਥਾਂ ਤੇ ਅਸੀਂ ਲੈਂਦੇ ਹਾਂ, ਉਹ ਆ 10-15-20 ਰੁਪਏ ਦਾ ਪੌਦਾ ਹੈਗਾ, ਉਹ ਤੁਸੀਂ ਲਓ ਤੇ ਲਾਓ ਆਪਣੇ ਘਰਾਂ ਦੇ ਅੰਦਰ, ਤਾਂ ਕਿ ਜਿਹੜੇ ਇਹ ਸਬਜ਼ੀਆਂ, ਫਲ ਤੇ ਦਵਾ ਪੌਦੇ, ਤਾਂ ਇਹ ਕਿਤੇ ਨਾ ਕਿਤੇ ਆਪਾਂ ਨੂੰ ਜਿਹੜਾ ਆਪਣੇ ਪੰਜਾਬ ਦੇ ਅੰਦਰ ਇਹ ਵਰਤਾਰਾ ਥੋੜਾ ਜਿਹਾ ਘੱਟ ਹੈ, ਤਾਂ ਇਹ ਵਰਤਾਰਾ ਸਾਨੂੰ ਬਚਾਏਗਾ, ਕਿਉਂਕਿ ਸਬਜ਼ੀਆਂ ਤੇ ਫਲ ਉਹ ਭੋਜਨ ਹੈ ਜਿਹੜਾ ਬਿਮਾਰ ਹੋਣ ਤੋਂ ਬਚਾਉਂਦਾ ਹੈ। ਔਰ ਦੂਸਰੀ ਗੱਲ ਆ ਗਈ ਤੁਹਾਡੀ ਮਿਲਟਸ ਦੀ, ਜਿਹੜੇ ਮੂਲ ਅਨਾਜ ਨੇ, ਤਾਂ ਇਹ ਜਿਹੜੀ ਇਹ ਚੇਤਨਾ ਆਈ ਹੈ, ਇਹ ਵਿਗਿਆਨ ਆਇਆ ਕਿ ਜਿਹੜਾ ਸਾਡੇ ਰਵਾਇਤੀ ਜਿਹੜੇ ਅਨਾਜ ਨੇ, ਕਣਕ ਔਰ ਚੌਲ, ਇਹ ਕਿਤੇ ਨਾ ਕਿਤੇ ਬਿਮਾਰ ਕਰਦੇ ਆ। ਔਰ ਖਾਸ ਕਰਕੇ ਜਿਹੜੀ ਚਿਕਨੀ ਜੀ ਕਣਕ ਆਈ ਹੈ, ਇਹ ਤਾਂ ਹੁਣ ਮਤਲਬ ਸਪਸ਼ਟ ਹੀ ਹੋ ਗਿਆ ਕਿ ਇਹ ਬਿਮਾਰੀ ਦੀ ਜੜ ਹੈ।
ਤਾਂ ਕਿਤੇ ਨਾ ਕਿਤੇ ਆਪਾਂ ਇਹਦਾ ਬਦਲ ਵੀ ਜਿਹੜਾ ਲਿਆਉਣਾ ਹੈ ਉਹ ਮਿਲਟ ਦੀ ਸ਼ਕਲ 'ਚ ਐਤਕੀ ਅਸੀਂ 2500 ਕਿਸਾਨਾਂ ਨੂੰ ਲਵਾ ਸਕੇ ਹਾਂ ਮਿਲਟਸ ਜਿਹੜੇ ਨੇ। ਤੇ ਮੈਂ ਸਮਝਦਾ ਕਿ ਆਉਣ ਵਾਲੇ ਸਾਉਣੀ ਸੀਜ਼ਨ ਦੇ ਵਿੱਚ ਅਸੀਂ ਘੱਟੋ ਘੱਟ 2.5 ਲੱਖ ਕਿਸਾਨਾਂ ਨੂੰ ਇਹ ਬੀਜ ਬਿਜਵਾਈਏ। ਜੇ ਉਹ ਜ਼ਿਆਦਾ ਹੋ ਜਾਏ ਤਾਂ ਉਸ ਤੋਂ ਵੀ ਵਧੀਆ, ਉਹਦੀ ਤਿਆਰੀ ਕਰੀਏ ਆਪਾਂ, ਕਿਉਂਕਿ ਜੀਰੀ ਜਿਹੜੀ ਹੈ ਜਿਹੜੀ ਜੀਰੀ ਦਾ ਬਹੁਤ ਜ਼ਿਆਦਾ ਚੱਲਣ ਹੈ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਪਾਣੀਆਂ ਨੂੰ ਔਰ ਧਰਤੀ ਨੂੰ ਖੋਖਲਾ ਕਰ ਰਿਹਾ, ਤਾਂ ਉਹ ਤੋਂ ਵੀ ਬਚਣ ਦੀ ਲੋੜ ਹੈ। ਕਿਉਂਕਿ ਇਹ ਅਗਰ ਸਾਡਾ ਪਾਣੀ ਧਰਤੀ ਖੋਖਲਾ ਹੋ ਗਿਆ ਤੇ ਅਸੀਂ ਬਹੁਤ ਗਰੀਬ ਹੋ ਜਾਵਾਂਗੇ। ਕਿ ਸਾਡੀ ਸਾਂਝੀ ਜਿਹੜੀ ਜਿਹੜੀ ਗਿਫਟ ਨੇ ਸਾਨੂੰ ਕੁਦਰਤ ਦਾ, ਧੁੱਪ, ਹਵਾ, ਪਾਣੀ ਤੇ ਧਰਤੀ, ਤਾਂ ਇਹ ਜਿਹੜੀ ਜੇ ਗਿਫਟ ਨੇ ਸਾਨੂੰ, ਇਹ ਅਗਰ ਜਿੰਨੇ ਸਾਡੇ ਮਜ਼ਬੂਤ ਰਹਿਣਗੇ ਉਹਨਾਂ ਸਾਡਾ ਸਮਾਜ ਸੰਪੰਨ ਰਹੇਗਾ, ਉਹਨਾਂ ਸਮਾਜ ਅਮੀਰ ਰਹੇਗਾ, ਉਹਨਾਂ ਸਮਾਜ ਜਿਹੜਾ ਉਹ ਜਿਹਨੂੰ ਕਹਿੰਦੇ ਆ ਸੈਲਫ ਸਫੀਸ਼ੀਐਂਟ ਰਹੇਗਾ। ਉਹਨੂੰ ਕੋਈ ਬਾਹਰਲੀ ਮਦਦ ਦੀ ਲੋੜ ਨਹੀਂ ਪੈਗੀ। ਤਾਂ ਆਪਣੇ ਪਾਣੀ ਨੂੰ, ਧਰਤੀ ਨੂੰ ਬਚਾਉਣਾ ਵੀ ਜਿਹੜਾ ਉਹ ਬਹੁਤ ਜ਼ਰੂਰੀ ਹੈ। ਤਾਂ ਉਹ ਜਿਹੜੇ ਜੀਰੀ ਦਾ ਚੱਲਣ ਜਿਹੜਾ ਅਗਰ ਜਿੰਨਾ ਘਟ ਸਕੇ ਤਾਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਉਹਦਾ ਬਹੁਤ ਸੋਹਣਾ ਬਦਲ ਨੇ ਜਿਹੜੇ ਨੇ ਇਹ ਮੂਲ ਅਨਾਜ ਨੇ, ਜਿਹਦੇ ਅੰਦਰ 5 ਮੂਲ ਅਨਾਜਾਂ ਨੂੰ ਅਸੀਂ ਜਿਹੜਾ ਪ੍ਰਮੋਟ ਕਰ ਰਹੇ ਹਾਂ, ਕੋਦਰਾ, ਕੰਗਣੀ, ਕੁਟਕੀ, ਹਰੀ ਕੰਗਣੀ ਤੇ ਸੁਆਂਖ। ਇਹ ਜਿਹੜੇ 5 ਮੂਲ ਅਨਾਜ ਨੇ ਇਹ ਬਿਮਾਰੀਆਂ ਕਿਉਰ ਕਰਨ ਵਾਸਤੇ ਦਵਾ ਗੁਣ ਵੀ ਨੇ ਇਹਨਾਂ 'ਚ। ਬਾਕੀ ਜਿਹੜੇ ਬਾਜਰਾ ਹੈ, ਕੋਈ ਰਾਗੀ ਹੈ, ਕੋਈ ਜਵਾਰ ਹੈ, ਇਹ ਵੀ ਜਿਹੜੇ ਨੇ ਵਧੀਆ ਅਨਾਜ ਨੇ, ਮੱਕੀ ਹੈ, ਉਹ ਇਹ ਵਧੀਆ ਅਨਾਜ ਨੇ, ਜੌਂ ਨੇ, ਉਹ ਵਧੀਆ ਅਨਾਜ ਨੇ ਵੀ। ਲੇਕਿਨ ਜਿਹੜੇ ਜੇ 5 ਅਨਾਜ ਨੇ ਖਾਸ ਕਰਕੇ ਇਹਨਾਂ ਦੇ ਉੱਪਰ ਜ਼ੋਰ ਦੇ ਕੇ ਆਪਾਂ ਇਹਨਾਂ ਨੂੰ ਵੀ ਬਜਵਾਉਣ ਦਾ ਕਰੀਏ। ਉਹਦੇ ਲਈ ਵੀ ਪਿੰਡ 'ਚ ਕਿਸੇ ਨਾ ਕਿਸੇ ਜਿਹੜਾ ਨੌਜਵਾਨ ਖੇਤੀ 'ਚ ਲੈ ਰਿਹਾ ਜ਼ਿਆਦਾ ਇੰਟਰਸਟ, ਉਹਨੂੰ ਆਪਾਂ ਕਹੀਏ ਵੀ ਤੂੰ ਇਹਨਾਂ ਬਾਰੇ ਜਾਣ, ਪੜ੍ਹ, ਆਸੇ ਪਾਸਿਓਂ ਜਿਹੜਾ ਗਿਆਨ ਹੁਣ ਕਾਫੀ ਕੁਛ ਆਪਾਂ ਨੇ ਸਿੱਖ ਲਿਆ ਕਿ ਕਿਵੇਂ ਇਹਨਾਂ ਨੂੰ ਉਗਾਉਣਾ ਹੈ, ਕਿਵੇਂ ਇਹਨਾਂ ਨੂੰ ਪ੍ਰੋਸੈਸ ਕਰਨਾ ਹੈ, ਕਿਵੇਂ ਇਹਨਾਂ ਨੂੰ ਸਟੋਰ ਕਰਨਾ ਹੈ, ਕਿਵੇਂ ਆਪਾਂ ਇਹਨਾਂ ਨੂੰ ਖਾਣਾ ਹੈ, ਤਾਂ ਕਿਵੇਂ ਦਵਾ ਗੁਣਾ ਤੋਂ ਅਸੀਂ ਲੈਣੇ, ਉਹ ਵੀ ਆਪਾਂ ਇਹ ਕਰ ਚੁੱਕੇ। ਤੇ ਇਸ ਕਿਸਮ ਦੀ ਤਿਆਰੀ ਵੀ ਸਾਨੂੰ ਕਰਨੀ ਚਾਹੀਦੀ ਹੈ ਹੁਣ ਕਿ ਅਸੀਂ ਜਿਹੜੇ ਪੈਦਾ ਕਰੀਏ ਇਹ ਜਿਹੜੇ ਮੂਲ ਅਨਾਜ ਨੇ, ਕਿ ਸਾਨੂੰ ਭੋਜਨ, ਸਿਹਤਮੰਦ ਭੋਜਨ ਖਾਣ ਲਈ ਬਾਹਰ ਵੱਲ ਨਾ ਦੇਖਣਾ ਪਵੇ। ਸਾਡੇ ਪਿੰਡ ਦੇ ਵਿੱਚ ਜਿਹੜੇ ਨੇ ਉਹ ਛੋਟੇ ਮੋਟੇ ਇਹਨੂੰ ਬਣਾਉਣ ਦੇ ਸ਼ੈਲਰ ਲੱਗੇ ਹੋਣ, ਜਾਂ 10 ਪਿੰਡਾਂ ਦੇ ਵਿੱਚ ਕੋਈ ਛੋਟੇ ਸ਼ੈਲਰ ਆ ਗਏ ਹੁਣ, ਤਾਂ ਵੱਡੇ ਵੀ ਲੱਗ ਸਕਦੇ ਆ, ਛੋਟੇ ਵੀ ਲੱਗ ਸਕਦੇ ਆ। ਤਾਂ ਉਹ ਜਿਹੜੇ ਲੱਗੇ ਹੋਣ ਤੇ ਫਿਰ ਅਸੀਂ ਇਹਨਾਂ ਅਨਾਜਾਂ ਦਾ ਇਸਤੇਮਾਲ ਕਰੀਏ। ਤਾਂ ਇਸ ਕਿਸਮ ਦਾ ਜਿਹੜਾ ਵਰਤਾਰਾ ਖੇਤੀ ਸਾਨੂੰ ਉਹ ਵੀ ਲੈ ਕੇ ਆਉਣਾ ਚਾਹੀਦਾ। ਤਾਂ ਇਹ ਜਿਹੜੇ ਸਾਰੇ ਸੰਸਥਾਵਾਂ ਦੀ ਕੁਛ ਹੈ। ਤੇ ਮੈਂ ਹੁਣ ਮੈਂ ਇੱਥੇ ਇੱਕ ਵਾਰੀ ਬੰਦ ਕਰਦਾ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਹਦੇ 'ਚ ਕੁਛ ਅਗਰ ਕੋਈ ਨਵੀਂ ਗੱਲ ਕਰਨ ਵਾਲੀ ਹੈ, ਕੋਈ ਹੋਰ ਸੁਝਾਅ ਹੈ ਕੋਈ, ਤਾਂ ਉਹਦੇ 'ਚ ਸ਼ੇਅਰ ਕੀਤਾ ਜਾਵੇ, ਤਾਂ ਕਿ ਆਪਾਂ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਦੋਸਤਾਂ ਤੱਕ ਪਹੁੰਚਾ ਸਕੀਏ ਤੇ ਗੱਲ ਅੱਗੇ ਇਹ ਲੜੀ ਨਾਲ ਲੜੀ ਜੁੜ ਕੇ ਗੱਲ ਜਿਹੜੀ ਅੱਗੇ ਤੁਰੇ, ਕਿ ਆਪਾਂ ਕਿਵੇਂ ਆਉਣ ਵਾਲੇ ਸਮਾਜ, ਨਵੇਂ ਸਮਾਜ ਨੂੰ ਜੀ ਆਇਆਂ ਕਹਿਣਾ, ਨਵੇਂ ਸਮਾਜ 'ਚ ਕਿਵੇਂ ਆਤਮ ਨਿਰਭਰ ਹੋਣਾ, ਨਵੇਂ ਸਮਾਜ 'ਚ ਕਿਵੇਂ ਹਰ ਪਰਿਵਾਰ ਜਿਹੜਾ ਹੈ ਉਹਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ, ਹਰ ਪਰਿਵਾਰ ਹੱਸਦਾ ਖੇਡਦਾ ਹੋਵੇ, ਹਰ ਪਰਿਵਾਰ ਸਿਹਤਮੰਦ ਹੋਵੇ, ਹਰ ਪਰਿਵਾਰ ਦਾ ਬੱਚਾ ਵਧੀਆ ਢੰਗ ਨਾਲ ਪੜ੍ਹ ਸਕੇ। ਇਹ ਜਿਹੜਾ ਆਉਣ ਵਾਲਾ ਸਮਾਜ ਆ ਰਿਹਾ। ਤੇ ਦੂਜਾ ਜਿਹੜਾ ਦਾ ਕੋਈ ਨੈਗੇਟਿਵ ਪੱਖ ਹੈ ਕਿ ਜੇ ਹੋ ਸਕਦਾ ਆਉਣ ਵਾਲੇ ਸਮੇਂ ਇਸ ਪ੍ਰਾਪਤੀ ਲਈ ਸਾਨੂੰ ਕੁਝ ਸਖਤੀਆਂ 'ਚੋਂ ਲੰਘਣਾ ਪਵੇ, ਦੌਰ 'ਚੋਂ, ਉਹਦੇ ਲਈ ਵੀ ਤਿਆਰ ਰਹੀਏ ਆਪਾਂ ਕਿ ਉਹ ਸਖਤੀਆਂ ਦਾ ਦੌਰ ਅਗਰ ਆਉਂਦਾ ਹੈ ਤਾਂ ਉਹਦਾ ਸਾਹਮਣਾ ਕਿਵੇਂ ਕਰਨਾ। ਜਿਹੜੇ ਸਾਡੇ ਪੁਲਿਸ ਵਾਲੇ ਜਾਂ ਫੌਜ ਵਾਲੇ ਭੈਣ ਭਾਈ ਨੇ, ਅਸੀਂ ਉਹਨਾਂ ਨਾਲ ਵੀ ਇੱਕ ਅੱਛਾ ਰਾਬਤਾ ਰੱਖੀਏ, ਕਿਉਂਕਿ ਕੱਲ ਨੂੰ ਸਰਕਾਰਾਂ ਨੇ ਜਿਹੜਾ ਜ਼ੁਲਮ ਕਰਨਾ ਹੁੰਦਾ ਉਹਨਾਂ ਦੇ ਥਰੂ ਕਰਦੇ ਆ, ਤਾਂ ਜਾਂ ਉਹਨਾਂ ਨਾਲ ਸਾਡਾ ਰਾਬਤਾ ਰਹੇਗਾ ਤਾਂ ਉਹ ਕਮ ਸੇ ਕਮ ਜਿਹੜੀ ਸੱਚ ਜਾਣਦੇ ਹੋਣਗੇ, ਤਾਂ ਫਿਰ ਉਹ ਜ਼ੁਲਮ ਨਹੀਂ ਕਰਨਗੇ, ਜਾਂ ਜ਼ੁਲਮ ਕਰਨ ਲੱਗੇ ਉਹਨਾਂ ਦੇ ਹੱਥ ਡੋਲਣਗੇ। ਤਾਂ ਇਸ ਕਰਕੇ ਜਿਹੜਾ ਹੈ ਇੱਦਾਂ ਦਾ ਜਿਹੜਾ ਵਰਤਾਰਾ ਹੈ ਪੁਲਿਸ ਤੇ ਫੌਜ ਨਾਲ, ਜਿਹੜਾ ਸਾਡਾ ਰਿਸ਼ਤੇ ਨੇ, ਉਹਨਾਂ ਜਦੋਂ ਵੀ ਛੁੱਟੀ ਤੇ ਆਉਂਦੇ ਆ ਜਾਂ ਜਦੋਂ ਘਰ ਆਉਂਦੇ ਆ, ਤਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਮਿਲੀਏ ਗਲੀਏ, ਉਹਨਾਂ ਨਾਲ ਦੋਸਤੀਆਂ ਬਣਾਈਏ, ਤਾਂ ਕਿ ਉਹ ਕੱਲ ਨੂੰ ਲੋਕ ਵਿਰੋਧੀ ਜਿਹੜੀ ਕੁਛ ਗੱਲਾਂ ਕਰਾਉਂਦੀਆਂ ਨੇ ਸਰਕਾਰਾਂ, ਉਹਦੇ 'ਚ ਉਹ ਬਹੁਤ ਜ਼ਾਲਮ ਢੰਗ ਨਾਲ ਸ਼ਾਮਿਲ ਨਾ ਹੋ ਸਕੇ। ਤਾਂ ਮੈਂ ਬੰਦ ਕਰਦਾ ਤੇ ਬੇਨਤੀ ਕਰਦਾ ਕਿ ਦੋਸਤ ਜਿਹੜੇ ਨਾਲ ਸ਼ਾਮਿਲ ਨੇ ਬਹੁਤ ਬਹੁਤ ਧੰਨਵਾਦ। YouTube ਚੈਨਲ ਦਰਬਾਰੇ ਖਾਲਸਾ ਨੂੰ ਲਾਈਕ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਹੁੰਗਾਰਾ ਸਾਡੀ ਖੁਰਾਕ। ਆਗਿਆ ਦਿਓ, ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।